सतनाम वाहिगुरु साहिब जी। श्री नानक अंगद गुरु अमरदास पद बंद। रामदास अर्जन गुरु बर श्री हर गोविंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणक भगत वैराग। श्री गुरु ग्रंथ साहिब उदद बंदों कर अनुराग। श्री गुरु शब्द कमाए जिना जीते पंच विकार। तिन संतन को बंदना सिर चरणन पर तार। एक ओंकार सतगुरु तेह प्रसाद सच होए। वाहिगुरु जी की फतेह। विघ्न विनाशन सोए। एक ओंकार सतगुरु तेह प्रसाद सच होए। वाहिगुरु जी की फतेह। विघ्न विनाशन सोए। सतनाम वाहिगुरु जी। मम कीरत दे होए अधकाई। सुनहि शाह मुझ ते फिर जाई। मम कीरत ते होए अधकाई। वाहिगुरु जी का खालसा वाहिगुरु जी की फतेह। परम सन्मानयोग चवर छत्र तख्त दे मालक गुरता गद्दी दे तख्त ते सुभाए मान। प्रगट प्रतख हरि दा स्वरूप तन तन श्री गुरु ग्रंथ साहिब महाराज दी परम पवित्र हजूरी दे अंदर श्री गुरु तेग बहादुर साहिब महाराज जी दे पवित्र तप अस्थान गुरुद्वारा श्री भोरा साहिब जी विखे पिछले पैर दे समय हाजरियां भर रहे दर्शन दीदारे कर रहे गुरु प्यारी खालसा साध संगत जी। सतगुरां दीयां रहमतां हो रहीआं ने। महाराज दीयां बख्शिशां दा सदका गुर अस्थानां ते हाजरी भरन दा दर्शन दीदारे करन दा समां मिलिया है। चल रहे लड़ीवार गुर इतिहास कथा दे प्रसंग जो पिछले समय दौरान आप जी ने सरवण किया है भी दिल्ली शहर दे विच जिथे हुण बंगला साहिब है उदों बनिया नहीं सी क्योंकि महाराज दे चरण पैण करके बनना सी। बंगला है सी पर साहिब साहिबां दे जाण करके बनिया। उत्थे विराजमान ने दिल्ली दीयां संगतां दर्शन दीदारे करन वास्ते आ रहीआं ने। ते जिहड़ा भी पातशाह दे आके दर्शन करता है श्री हर कृष्ण ते आईया जिस डिठै सब दुख जाए। सब दे दुख दूर होए ने। तिन्ने ताप नाश हो रहे ने। किसी दी कोई बीमारी दवाई लैके हट गया पर महाराज दे दर्शन कीते खाधी दवाई फिर रास भी आ गई। महाराज साहब जी दवाई दे विच वरत के सिखां दे रोग कटी गए। जिहदा रोग कटिया जांदा ਉਹ ਦੂਜੇ ਨੂੰ ਜਾ ਕੇ ਦੱਸਦਾ ਉਹ ਵੀ ਸਾਹਿਬਾਂ ਦੇ ਕੋਲ ਆਉਂਦਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਾ ਤੇ ਸਤਿਗੁਰਾਂ ਦੇ ਦਰਸ਼ਨ ਪਰਸਨ ਕਰਨ ਦੇ ਨਾਲ ਸਰੀਰਕ ਰੋਗ ਦਿੱਲੀ ਨਿਵਾਸੀਆਂ ਦੇ ਦੂਰ ਹੋ ਰਹੇ ਨੇ। ਮਾਨਸਿਕ ਰੋਗ ਦੂਰ ਹੋ ਰਹੇ ਹਨ। ਸਰੀਰਕ ਤੰਦਰੁਸਤੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰ ਤੋਂ ਮਿਲ ਰਹੀ ਹੈ ਅਤੇ ਆਤਮਿਕ ਆਨੰਦ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰ ਤੋਂ ਪ੍ਰਾਪਤ ਹੋ ਰਿਹਾ ਹੈ। ਸੰਗਤ ਤਾਂ ਬਾਦਸ਼ਾਹ ਦੀ ਵਡਿਆਈ ਪਹਿਲਾਂ ਕਰਦੀ ਹੋਈ ਸੀ। ਹੋਰ ਅਨੇਕਾਂ ਨਵੇਂ ਗੁਰਸਿੱਖ ਆ ਕੇ ਹੋ ਰਹੇ ਹਨ। ਚਰਣਾ ਅੰਮ੍ਰਿਤ ਲੈ ਕੇ ਅੰਮ੍ਰਿਤ ਛਕ ਕੇ ਅੰਮ੍ਰਿਤਧਾਰੀ ਬਣ ਕੇ ਸਿੱਖ ਸੱਜ ਰਹੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੀ ਦਾਤ ਪ੍ਰਾਪਤ ਕਰ ਰਹੇ ਨੇ। ਅਰਦਾਸਾਂ ਕਰਦੇ ਹਨ
ਸਿਮਰਨ ਦੀਆਂ ਦਾਤਾਂ ਬਖਸ਼ਦੇ ਨੇ ਵੀ ਸਿਮਰਨ ਕਰਿਆ ਕਰੋ। ਜੇ ਕੋਈ ਪੁੱਛੇ ਵੀ ਮਹਾਰਾਜ ਆ ਬੜਾ ਮਨ ਦੇ ਵਿੱਚ ਪਰੇਸ਼ਾਨੀ ਰਹਿੰਦੀ ਹੈ, ਜੇ ਕੋਈ ਕਹੇ ਮਹਾਰਾਜ ਰਾਤ ਨੂੰ ਨੀਂਦ ਨਹੀਂ ਅੱਖਾਂ ਦੇ ਵਿੱਚ ਪੈਂਦੀ, ਕੋਈ ਦੁੱਖ ਦੱਸਦਾ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਸਿਮਰਨ ਕਰਿਆ ਕਰੋ ਭਾਈ। ਸਿਮਰਨ ਦੇ ਕਰਕੇ, ਸਿਮਰਨ ਦੀਆਂ ਦਾਤਾਂ ਦੇ ਕੇ, ਦਰਸ਼ਨ ਦੇ ਕੇ ਨਿਹਾਲ ਕਰ ਰਹੇ ਨੇ। ਇਹ ਜਸ ਮਹਾਰਾਜ ਦਾ ਸ਼ਹਿਰ 'ਚ ਵੀ ਫੈਲਿਆ, ਇਕੱਲਾ ਸ਼ਹਿਰ 'ਚ ਹੀ ਨਹੀਂ ਫੈਲਿਆ, ਔਰੰਗਜ਼ੇਬ ਦੀ ਸਭਾ ਤੀਕਰ ਵੀ ਗੱਲ ਚਲੇਗੀ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤਾਂ ਦਿੱਲੀ ਰੋਗ ਮੁਕਤੀ ਕਰਤੀ ਹੈ, ਰੋਗੀਆਂ ਦੇ ਰੋਗ ਹੀ ਦੂਰ ਕਰ ਦਿੱਤੇ ਨੇ। ਜਿਵੇਂ ਬਹੁਤਾ ਜਸ ਕਰ ਰਹੇ ਨੇ ਵੀ ਮਹਾਰਾਜ ਬੜੇ ਗੰਭੀਰ ਹਨ, ਬਹੁਤ ਵੱਡੀ ਬੁੱਧੀ ਵਾਲੇ ਨੇ, ਆਤਮਿਕ ਮਾਰਗ 'ਤੇ ਵੀ ਸਿੱਖਾਂ ਦੀ ਕਲਿਆਣ ਕਰਨ ਵਾਲੇ ਨੇ। ਇਸ ਤਰ੍ਹਾਂ ਪਵਿੱਤਰ ਜਸ ਮਹਾਰਾਜ ਸਾਹਿਬ ਦਾ ਕਰ ਰਹੇ ਸਨ ਸਭਾ ਵਿੱਚ। ਇਹਨੇ ਨੂੰ ਰਾਮ ਰਾਏ ਦੀਵਾਨ ਔਰੰਗਜ਼ੇਬ ਦੀ ਕਚਹਿਰੀ 'ਚ ਆ ਗਿਆ। ਬਸ ਗੱਲ ਫੇਰ ਕੀ ਸੀ, ਜਦੋਂ ਸੁਣਿਆ ਵੀ ਇਹ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰੇ ਛੋਟੇ ਭਾਈ ਦੀਆਂ ਵਡਿਆਈਆਂ ਕਰ ਰਹੇ ਆ, ਸੜ ਬਲ ਗਿਆ ਉੱਥੇ ਹੀ ਉਹ ਰਾਮ ਰਾਏ। ਇਹਦੇ ਕੋਲ ਨਹੀਂ ਜਰਿਆ ਗਿਆ ਕਿ ਇਹਨਾਂ ਕੋਲ ਮੈਂ ਇੰਨਾ ਚਿਰ ਹੋ ਗਿਆ ਆਇਆ, ਵਡਿਆਈਆਂ ਉਹਦੀਆਂ ਕਰੀ ਜਾਂਦੇ ਨੇ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤੇ ਹਨ। ਇਸ ਤੋਂ ਅੱਗੇ ਜਿਵੇਂ ਇਤਿਹਾਸ ਦੀ ਕਥਾ ਆ ਰਹੀ ਹੈ, ਪਵਿੱਤਰ ਇਤਿਹਾਸ ਸਤਿਗੁਰੂ ਸਾਹਿਬ ਜੀ ਦਾ ਸਰਵਣ ਕਰਨ ਹਿਤ ਰਸਨਾ ਕਰੀਏ ਪਵਿੱਤਰ। ਸਾਰੀ ਹੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਮਮ ਕੀਰਤ ਤੇ ਹੋਏ ਅਧਿਕਾਈ। ਸੋ ਇਸ ਤਰ੍ਹਾਂ ਜਦੋਂ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਸ ਦਿੱਲੀ ਦੇ ਪਾਤਸ਼ਾਹ ਦੀ ਸਭਾ ਵਿੱਚ ਗੱਲ ਚੱਲ ਪਈ ਤਾਂ ਮਹਾਰਾਜ ਸਾਹਿਬ ਦੀ ਵਡਿਆਈ ਕਰਨ ਲੱਗ ਪਏ ਵੀ ਉਹ ਸਰੀਰ ਕਰਕੇ ਛੋਟੇ ਨੇ ਪਰ ਬਹੁਤ ਵੱਡੇ ਹਨ, ਸ਼ਕਤੀਆਂ ਕਰਕੇ ਬੜੇ ਦਿਆਲੂ ਕਿਰਪਾਲੂ ਨੇ। ਰਾਮ ਰਾਏ ਨੇ ਜਦੋਂ ਸੁਣਿਆ ਆਪਣੇ ਭਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਸ, ਇਹਨੂੰ ਸੁੱਖ ਨਹੀਂ ਮਹਿਸੂਸ ਹੋਇਆ। ਇਹਨੂੰ ਤਾਂ ਸਾਧ ਸੰਗਤ ਦੀ ਅੱਗ ਲੱਗ ਗਈ, ਈਰਖਾ ਦੀ ਅੱਗ ਵਿੱਚ ਸੜ ਬਲ ਗਿਆ। ਕਹਿਣ ਈਰਖਾ ਦੇ ਵਿੱਚ ਆ ਕਰਕੇ ਕਹਿੰਦਾ ਹੈ ਵੀ ਇੱਦਾਂ ਜੇ ਇਹ ਮੈਂ ਤਾਂ ਇਹਨੂੰ ਸੱਦ ਲਿਆ ਸੀ ਵੀ ਨਰਾਦਰੀ ਕਰਾਵਾਂਗੇ ਅਤੇ ਜਾਂ ਇਹਨਾਂ ਦੇ ਜਿਹੜਾ ਗੁਰਿਆਈ 'ਚ ਫਰਕ ਪਾ ਦਿਆਂਗੇ ਜਿਵੇਂ ਕਿਵੇਂ ਕਰਕੇ, ਪਰ ਇਹ ਤਾਂ ਮਮ ਕੀਰਤ ਦੇ ਹੋਏ ਅਧਿਕਾਈ। ਇੰਨੀ ਤਾਂ ਮੇਰੀ ਵੀ ਵਡਿਆਈ ਨਹੀਂ ਇਹ ਕਰਦੇ ਜਿੰਨੀ ਥੋੜ੍ਹੇ ਦਿਨਾਂ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਡਿਆਈ ਦਿੱਲੀ ਵਿੱਚ ਹੋਣ ਲੱਗ ਪਈ ਹੈ। ਸ਼ਾਹ ਮੁਝ ਤੇ ਫਿਰ ਜਾਈ। ਤੇ ਰਾਮ ਰਾਏ ਮਨ ਵਿੱਚ ਸੋਚਦਾ ਹੈ, ਜਿਹੜਾ ਕਪਟੀ ਬੰਦਾ ਹੋਵੇ ਨਾ ਸਾਧ ਸੰਗਤ ਜੀ, ਉਹ ਬੰਦੇ ਦੇ ਕੋਲ ਨਾ ਕਿਸੇ ਦਾ ਦੁੱਖ ਨਾ ਸੁੱਖ, ਉਹ ਬਸ ਹਰ ਵੇਲੇ ਕੁਝ ਵੱਖਰਾ ਹੀ ਸੋਚਦਾ ਹੈ। ਉਹ ਚਾਹੁੰਦਾ ਹੈ ਵੀ ਮੈਂ ਇੱਦਾਂ ਵੀ ਕਰਾਂ, ਜਿੱਦਾਂ ਕਰਦਾ ਹੈ ਗੱਲ ਨਾ ਬਣੇ ਫਿਰ ਉਲਟਾ ਸੋਚਦਾ। ਰਾਮ ਰਾਏ ਕਪਟੀ ਹੈ, ਕਹਿੰਦਾ ਵੀ ਇੱਦਾਂ ਤਾਂ ਔਰੰਗਜ਼ੇਬ ਬਾਦਸ਼ਾਹ ਮੇਰੇ ਵੱਲੋਂ ਮੂੰਹ ਮੋੜ ਕੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਲ ਜ਼ਿਆਦਾ ਪ੍ਰੇਮ ਕਰੇਗਾ। ਹਟਿਓ ਨਾ ਆਵਨ ਤੇ ਚੱਲ ਆਇਓ। ਆ ਕਹਿੰਦਾ ਵੇਖ ਲੋ ਇਹ ਮੇਰਾ ਭਰਾ ਇਹ ਹਟਿਆ ਨਹੀਂ ਦਿੱਲੀ ਆਉਣ ਤੋਂ, ਆ ਹੀ ਗਿਆ ਹੈ ਨਾ। ਸਾਧ ਸੰਗਤ ਪਹਿਲਾਂ ਵੇਖੋ ਆਪੇ ਹੀ ਤਾਂ ਇਹ ਬਾਦਸ਼ਾਹ ਨੂੰ ਕਹਿ ਕੇ ਵੀ ਮੰਗਾਓ ਉਹਨਾਂ ਨੂੰ ਇੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ। ਹੁਣ ਮਹਾਰਾਜ ਪਾਤਸ਼ਾਹ ਦਿੱਲੀ 'ਚ ਆ ਗਏ ਨੇ ਤਾਂ ਰਾਮ ਰਾਏ ਹੁਣ ਉਲਟ ਸੋਚਣ ਲੱਗ ਪਿਆ, ਕਹਿੰਦੇ ਵੀ ਹਟਿਆ ਨਹੀਂ ਇਹ ਫਿਰ ਦਿੱਲੀ ਆ ਗਿਆ, ਇੱਥੇ ਰਹੇਗਾ ਜਿੰਨਾ ਚਿਰ ਭਾਈ ਮੇਰਾ ਛੋਟਾ, ਇਹਨੇ ਮੇਰੀ ਵਡਿਆਈ ਖਤਮ ਕਰ ਦੇਣੀ ਹੈ, ਮੇਰਾ ਪ੍ਰੇਮ ਖਤਮ ਕਰ ਦੇਣਾ, ਸਿੱਖੀ ਸੇਵਕੀ ਖਤਮ ਕਰੇਗਾ। ਗੁਰਗੱਦੀ ਪਾਏ ਨਾ ਤ੍ਰਿਪਤਾਇਓ। ਹਾਂ ਕਹਿੰਦਾ ਗੁਰਗੱਦੀ ਲੈ ਲਈ ਹੈ ਭਾਈ ਮੇਰੇ ਛੋਟੇ ਨੇ। ਰਾਮ ਰਾਏ ਕਹਿੰਦਾ ਫੇਰ ਵੀ ਰੱਜਿਆ ਨਹੀਂ। ਵੇਖੋ ਗੱਦੀ ਤੇ ਬਹਿ ਕੇ ਨਹੀਂ ਤ੍ਰਿਪਤੀ ਆਈ, ਵੀ ਝਾਟੀ ਦਿੱਲੀ ਵੱਲ ਨੂੰ ਵੀ ਆ ਗਿਆ ਪਾਤਸ਼ਾਹ ਨਾਲ ਸਾਂਝ ਪਾਉਣ। ਸਾਹੁ ਸਮੀਪ ਰਹਿਣ ਕੋ ਚਾਹਤ। ਤੇ ਰਾਮ ਰਾਏ ਆਪਣੇ ਹਿਸਾਬ ਨਾਲ ਕਹਿੰਦਾ ਵੀ ਔਰੰਗਜ਼ੇਬ ਦੇ ਕੋਲ ਰਹਿਣ ਦੀ ਵੀ ਇੱਛਾ ਬਣੀ ਹੈ, ਗੱਦੀ ਵੀ ਪਾ ਲਈ ਹੈ ਤੇ ਹੁਣ ਇਹ ਵੀ ਚਾਹੁੰਦੇ ਵੀ ਬਾਦਸ਼ਾਹ ਦੇ ਅਸੀਂ ਨੇੜੇ ਵੀ ਰਹੀਏ। ਦੇਨ ਬੜਾਈ ਦਰਬਿਓ ਮਾਹਤ। ਆ ਮੇਰਾ ਧਨ ਆਉਂਦਾ ਵੇਖ ਕੇ ਜਰਿਆ ਨਹੀਂ ਗਿਆ, ਆਪਣੀ ਵਡਿਆਈ ਕਰਾਉਣ ਲਈ ਧਨ ਲੈਣ ਦੇ ਲਾਲਚ ਚਾਹ ਦੇ ਵਿੱਚ ਇੱਥੇ ਆਏ ਨੇ। ਹੁਣ ਰੋਗੀ ਕੇ ਭਾਣੇ ਸਭ ਰੋਗੀ, ਬਿਮਾਰ ਬੰਦਾ ਹੋਵੇ ਨਾ ਜਦੋਂ, ਕਈ ਵਾਰ ਸਰੀਰ ਤੇ ਰੋਗ ਆ ਹੀ ਜਾਂਦਾ ਨਾ ਹਰ ਇੱਕ ਦੇ,
ਉਦੋਂ ਕੋਈ ਲਾਗੇ ਪ੍ਰਸ਼ਾਦਾ ਵੀ ਛਕਦਾ ਹੋਵੇ ਤੇ ਖਿਆਲ ਆਉਂਦਾ ਵੀ ਇਹ ਕਿਵੇਂ ਖਾਈ ਜਾਂਦੇ ਆ। ਹੁਣ ਬਿਮਾਰ ਤਾਂ ਆਪਾਂ ਜਿਹੜਾ ਠੀਕ ਆ ਉਹ ਤਾਂ ਖਾਊਗਾ ਹੀ ਨਾ ਕੁਝ, ਪਰ ਬਿਮਾਰ ਨੂੰ ਇਉਂ ਜਾਪਦਾ ਵੀ ਇਹ ਕਿਵੇਂ ਇੱਥੇ ਗੱਲਾਂ ਕਰੀ ਜਾਂਦੇ, ਕੋਈ ਲਾਗੇ ਹੱਸੇ ਖੇਡੇ ਬੋਲੇ। ਬਿਮਾਰ ਬੰਦੇ ਨੂੰ ਨਹੀਂ ਕੁਝ ਵੀ ਚੰਗਾ ਲੱਗਦਾ। ਸੋ ਇਸ ਤਰ੍ਹਾਂ ਇਹ ਰਾਮ ਰਾਏ ਬਿਮਾਰ ਹੈ ਮਾਨਸਿਕ ਤੌਰ 'ਤੇ। ਈਰਖਾ ਦੇ ਬਿਮਾਰੀ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੱਦ ਵੀ ਆਪ ਲਿਆ। ਮਹਾਰਾਜ ਸਾਹਿਬ ਜੀ ਆ ਵੀ ਇਸ ਕਰਕੇ ਗਏ ਵੀ ਰਾਮ ਜੈ ਸਿੰਘ ਰਾਜੇ ਦਾ ਪ੍ਰੇਮ ਤੇ ਸੰਗਤ ਨਾਲ ਦਰਸ਼ਨ ਮੇਲੇ ਕਰ ਲਾਂਗੇ। ਬਾਦਸ਼ਾਹ ਨਾਲ ਮਿਲਣ ਦੀ ਮਹਾਰਾਜ ਦੀ ਉੱਕਾ ਇੱਛਾ ਹੀ ਨਹੀਂ ਹੈ, ਪਰ ਫਿਰ ਵੀ ਰਾਮ ਰਾਏ ਆਪਣੇ ਹਿਸਾਬ ਨਾਲ ਸੋਚਦਾ ਦਿੱਲੀ ਬਾਦਸ਼ਾਹ ਨਾਲ ਸਾਂਝ ਪਾਉਣ ਆਏ ਨੇ, ਇੱਥੇ ਆਪਣੀਆਂ ਵਡਿਆਈਆਂ ਵਧਾਉਣ ਆਏ ਨੇ, ਇੱਥੇ ਰਾਜੇ ਦੇ ਕੋਲੋਂ ਪੈਸੇ ਲੈਣ ਵਾਸਤੇ ਆਏ ਹਨ। ਮੁਝ ਸਮ ਹੋਏ ਕੈ ਹੋਏ ਅਧਿਕਾਈ। ਕਹਿੰਦੇ ਵੀ ਇਦਾਂ ਹੋਇਆ ਜੇ ਬਾਦਸ਼ਾਹ ਦੀ ਕਚਹਿਰੀ 'ਚ ਉਹਨਾਂ ਦੀ ਵਡਿਆਈ ਹੁੰਦੀ ਰਹੀ ਜਾਂ ਤਾਂ ਮੇਰੇ ਬਰਾਬਰ ਆ ਜਾਊਗਾ ਇੱਥੇ, ਜਿਵੇਂ ਮੈਨੂੰ 13,000 ਮਿਲਦਾ ਉਹਨੂੰ ਵੀ ਬਾਦਸ਼ਾਹ ਲਾ ਦੂਗਾ, ਜਾਂ ਫਿਰ ਕਿਤੇ ਮੇਰੇ ਨਾਲੋਂ ਵੀ ਅਧਿਕਾਈ ਵੱਧ ਨਾ ਉਹਨਾਂ ਦਾ ਪ੍ਰੇਮ ਔਰੰਗਜ਼ੇਬ ਕਰਨ ਲੱਗ ਪਏ। ਮਾਤ ਕੁਛ ਦੇਹ ਦਿਖਾਈ। ਇਦਾਂ ਨਾ ਹੋਏ ਵੀ ਬਾਦਸ਼ਾਹ ਕੋਈ ਸ਼ਕਤੀ ਆਖੇ ਤਾਂ ਉਹ ਕੋਈ ਕਰਾਮਾਤ ਵਿਖਾ ਦੇਣ। ਅਬਲਾਪੁਰ ਮੈਂ ਮਮ ਵਡਿਆਈ। ਤੇ ਕਰਾਮਾਤ ਵੇਖ ਕਰਕੇ ਬਾਦਸ਼ਾਹ ਸ੍ਰੀ ਹਰਿਕ੍ਰਿਸ਼ਨ ਸਾਹਿਬ ਵੱਲ ਨਾ ਝੁਕਾ ਕਰ ਲਵੇ ਆਪਣਾ। ਹੁਣ ਤੀਕਰ ਤਾਂ ਰਾਮ ਰਾਏ ਕਹਿੰਦਾ ਸ਼ਹਿਰ ਸਾਰੇ 'ਚ ਮੇਰੀ ਵਡਿਆਈ ਹੈ, ਲੋਕ ਮੇਰੀਆਂ ਸਿਫਤਾਂ ਕਰਦੇ ਹਨ। ਅਤੀ ਵਿਸਾਲ ਬਦਤ ਅਧਿਕਾਈ। ਬਹੁਤ ਪਹਿਲਾਂ ਵੀ ਸੀ ਤੇ ਦਿਨ ਪ੍ਰਤੀ ਦਿਨ ਅਧਿਕ ਤੋਂ ਅਧਿਕ ਮੇਰੀ ਵਡਿਆਈ ਮਹਿਮਾ ਵੱਧਦੀ ਹੋਈ ਜਾ ਰਹੀ ਸੀ। ਇਹ ਰੋਕਣ ਕੋ ਇਹ ਚੱਲ ਆਏ। ਪਰ ਕਹਿੰਦੇ ਵੇਖੋ ਵੀ ਮੇਰੀ ਵਡਿਆਈ ਜਰੀ ਨਹੀਂ ਗਈ। ਮੇਰੇ ਛੋਟੇ ਭਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੋਲੋਂ ਮੇਰੀ ਵਾਧੀ ਵਡਿਆਈ ਨੂੰ ਰੋਕਣ ਲਈ ਦਿੱਲੀ ਵਿੱਚ ਚੱਲ ਕੇ ਆ ਗਏ ਹਨ। ਆਪਨ ਪ੍ਰਭਾਵ ਬਿਲੰਦ ਦਿਖਾਏ। ਤੇ ਆਪਣਾ ਪ੍ਰਭਾਵ ਤੇਜ ਪ੍ਰਤਾਪ ਬਹੁਤਾ ਵਿਖਾਉਣਾ ਚਾਹੁੰਦੇ ਹਨ। ਹੁਣ ਵੀ ਆਪਣਾ ਪ੍ਰਭਾਵ ਵਿਖਾ ਕੇ ਤੇ ਦਿੱਲੀ ਦੇ ਲੋਕਾਂ ਦੀਆਂ ਜ਼ੁਬਾਨ ਤੇ ਆਪਣੀ ਵਡਿਆਈ ਲੈ ਆਂਦੀ ਹੈ। ਇਹ ਤੋ ਮੋਹ ਤੇ ਜਰੀ ਨਾ ਜਾਏ। ਇਹ ਤਾਂ ਨਹੀਂ ਰਾਮ ਰਾਏ ਕਹਿੰਦਾ ਮੇਰੇ ਕੋ ਜਰੀ ਜਾਂਦੀ ਵੀ ਮੈਂ ਇੱਥੇ ਕਦੋਂ ਦਾ ਆਇਆ, ਲੋਕ ਮੇਰੀ ਮੰਨਤਾ ਕਰਦੇ ਆ, ਪਿੱਛੋਂ ਆ ਕੇ ਮੇਰੇ ਤੋਂ ਅੱਗੇ ਲੰਘ ਜਾਵੇ ਮੈਂ ਨਹੀਂ ਇਹ ਸਹਾਰ ਸਕਾਂਗਾ। ਦੈ ਹਉ ਸ਼ਰਾਪ ਦੇਹੋ ਬਿਨਸਾਏ। ਸਾਧ ਸੰਗਤ ਕਹਿੰਦਾ ਮੈਂ ਸ਼ਰਾਪ ਦੇ ਕੇ ਇਹਨਾਂ ਦੀ ਵਡਿਆਈ ਹੀ ਨਾਸ਼ ਕਰ ਦਿੰਨਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ। ਅਪਰੇ ਉਪਾਏ ਚੱਲਿਓ ਨਹਿ ਕੋਈ। ਹੋਰ ਤਾਂ ਰਾਮ ਰਾਏ ਦਾ ਕੋਈ ਉਪਾਅ ਕੋਈ ਹੀਲਾ ਵਸੀਲਾ ਚੱਲਿਆ ਨਹੀਂ। ਬੁਰੀ ਕਰਤ ਪਲ ਹੋਵਤ ਸੋਈ। ਬੁਰੀ ਕਰਤ ਭਲ ਹੋਵਤ ਸੋਈ। ਆਪਣੀ ਵੱਲੋਂ ਤੇ ਬੁਰਾਈ ਕੀਤਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾ ਕੇ, ਪਰ ਉਲਟਾ ਉਹਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਭਲਾ ਹੋ ਗਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਭਲਾ ਕਰ ਰਹੇ ਨੇ ਰਾਮ ਰਾਏ ਦਾ। ਤੇ ਇਸੇ ਗੱਲ ਨੂੰ ਇਹ ਬੁਰੀ ਮੰਨੀ ਜਾਂਦਾ ਕਿਉਂਕਿ ਉਹਨਾਂ ਦੇ ਇਨਕਾਰ ਹੀ ਕਰਤਾ ਵੀ ਅਸੀਂ ਬਾਦਸ਼ਾਹ ਨਾਲ ਮਿਲਣਾ ਹੀ ਨਹੀਂ ਹੈ। ਪਰ ਫਿਰ ਵੀ ਚੋਰ ਨੂੰ ਆਪਣਾ ਪਾਲਾ ਹੁੰਦਾ। ਉਹੀ ਗੱਲ ਰਾਮ ਰਾਏ ਨਾਲ ਬਣੀ ਹੈ। ਹਾਂ ਬੁਲਾਇਓ ਕਾਜ ਵਿਗਾਰਨ। ਕਹਿੰਦਾ ਵੀ ਇਹ ਤਾਂ ਮੈਂ ਇੱਥੇ ਬੁਲਾ ਕੇ ਆਪਣੇ ਪੈਰੀ ਕੁਹਾੜਾ ਮਾਰਨ ਵਾਲੀ ਗੱਲ ਕੀਤੀ, ਆਪਣਾ ਕਾਰਜ ਆਪ ਹੀ ਵਿਗਾੜ ਲਿਆ ਏ। ਸੋ ਨਾ ਭਇਓ ਸਭ ਕੀਨ ਸੁਧਾਰਨ। ਮੈਂ ਤੇ ਸੱਦਿਆ ਸੀ ਵੀ ਇੱਥੇ ਸੱਦਾਂਗਾ, ਬਾਦਸ਼ਾਹ ਨਾਲ ਵਿਗੜ ਜਾਏਗੀ, ਸੰਗਤ ਉਹਨਾਂ ਦਾ ਪ੍ਰੇਮ ਟੁੱਟ ਜੂ, ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨਾਲ ਵਿਗੜ ਜੂ, ਆਖਣਗੇ ਵੀ ਇਹ ਦਿੱਲੀ ਕਿਉਂ ਗਏ। ਪਰ ਉਹ ਤਾਂ ਗੱਲ ਨਹੀਂ ਹੋਈ, ਸਗੋਂ ਇਹਨਾਂ ਨੇ ਹੋਰ ਸੁਧਾਰਨ ਹੋਰ ਸੰਗਤ ਨਾਲ ਪ੍ਰੇਮ ਕਰਕੇ ਕੰਮ ਸੁਧਾਰ ਲਿਆ। ਬਾਦਸ਼ਾਹ ਵੀ ਤੇ ਬਾਦਸ਼ਾਹ ਦੀ ਕਚਹਿਰੀ ਵੀ ਉਹਨਾਂ ਦੇ ਪ੍ਰੇਮ ਸਤਿਕਾਰ ਦੀਆਂ ਗੱਲਾਂ ਕਰ ਰਹੀ ਹੈ। ਸਾਹੋ ਸਮੀਪੀ ਤੇ ਜਸ ਕਹੈ। ਤੇ ਰਾਮ ਰਾਏ ਇਦਾਂ ਵਿਚਾਰਦਾ ਹੈ ਵੀ ਜਿਹੜੇ ਔਰੰਗਜ਼ੇਬ ਦੇ ਕੋਲ ਬਹਿਣ ਵਾਲੇ ਨੇ ਨਿੱਤ ਉਹਦੇ ਕੰਨਾਂ ਵਿੱਚ ਗੁਰੂ ਸਾਹਿਬ ਦਾ ਜਸ ਕਹਿ ਰਹੇ ਹਨ। ਅਪਰਨ ਕੀ ਕਿਆ ਗਿਣਤੀ ਹੈ। ਹੋਰ ਲੋਕਾਂ ਦੀ ਤਾਂ ਕਹਿੰਦੇ ਵੀ ਕੀ ਗਿਣਤੀ ਹੈ। ਇੱਕ ਤਾਂ ਬਾਦਸ਼ਾਹ ਦੇ ਵੱਡੇ ਵੱਡੇ ਅਫਸਰ ਐਲਕਾਰ ਮੁਖੀ ਬੰਦੇ ਹੀ ਨਹੀਂ ਹਟਦੇ ਵਡਿਆਈਆਂ ਕਰਨ ਬਾਦਸ਼ਾਹ ਕੋਲ। ਉਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਣ ਗਾਈ ਜਾ ਰਹੇ ਨੇ। ਹੋਰ ਦਿੱਲੀ ਦੇ ਲੋਕ ਜਿਹੜੇ ਉਹਨਾਂ ਦੀ ਤਾਂ ਗਿਣਤੀ ਹੈ ਹੀ ਕੋਈ ਨਹੀਂ। ਮੁਝ ਤੇ ਕਰਹਿ ਬੜੋ ਅਧਿਕਾਰਾ। ਇਸ ਤਰ੍ਹਾਂ ਨਾ ਹੋਵੇ ਵੀ ਇਹ ਬਾਦਸ਼ਾਹ ਨੂੰ ਕਹਿ ਕੇ
ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰੇ ਛੋਟੇ ਭਰਾ ਨੂੰ ਮੇਰੇ ਤੋਂ ਵੱਡਾ ਅਧਿਕਾਰ, ਮੇਰੇ ਤੋਂ ਵੱਡੀ ਤਾਕਤ ਦੇ ਦੇਣ। ਮਮ ਜਸ ਹੋਏ ਹੈ ਅਲਪ ਆਕਾਰਾ। ਤੇ ਮੇਰੇ ਜਸ ਦਾ ਆਕਾਰ ਫਿਰ ਇਦਾਂ ਛੋਟਾ ਹੋ ਜਾਊ, ਮੇਰੀ ਤਾਂ ਵਡਿਆਈ ਘਟ ਜਾਵੇਗੀ। ਸਿੱਖ ਸੰਗਤ ਫਿਰ ਜਾਵਹਿ ਸਾਰੇ। ਤੇ ਸਿੱਖ ਸੰਗਤਾਂ ਇਦਾਂ ਹੀ ਚੱਲਦਾ ਰਿਹਾ ਤਾਂ ਰਾਮ ਰਾਏ ਸੋਚਦਾ ਤਾਂ ਸਾਰੀਆਂ ਮੇਰੇ ਵੱਲੋਂ ਫਿਰ ਜਾਣਗੀਆਂ, ਮੂੰਹ ਮੋੜ ਜਾਣਗੇ, ਮੈਨੂੰ ਪਿੱਠ ਵਿਖਾ ਕੇ ਤੇ ਸਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਕੋਲ ਜਾਣ ਲੱਗ ਪੈਣਗੇ। ਦੇਖਾ ਦੇਖੀ ਆਪਨ ਮਝਾਰੇ। ਕਿਉਂਕਿ ਰਾਮ ਰਾਏ ਕਹਿੰਦਾ ਵੀ ਵੇਖਾ ਵੇਖੀ ਬਹੁਤ ਹੁੰਦੀ ਹੈ ਲੋਕਾਂ ਦੇ ਵਿੱਚ, ਦੇਖਾ ਦੇਖੀ ਆਪਨ ਮਝਾਰੇ। ਆਪਣੇ ਲੋਕਾਂ 'ਚ ਦੇਖਾ ਦੇਖੀ ਜਦੋਂ ਵੇਖਣਗੇ ਫਲਾਨਾ ਸਿੱਖ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਕੋ ਜਾਂਦਾ, ਉਹ ਵੀ ਆਖੂ ਮੈਂ ਵੀ ਜਾਵਾਂ, ਇੱਦਾਂ ਅੱਗੇ ਤੋਂ ਅੱਗੇ ਵੇਖਾ ਵੇਖੀ ਸਾਰੇ ਮੇਰੇ ਨਾਲੋਂ ਟੁੱਟ ਜਾਣਗੇ। ਜਾਂਤੇ ਇਨ ਕੋ ਰਹਿਨ ਨ ਨੀਕੋ। ਇਸ ਕਰਕੇ ਰਾਮ ਰਾਏ ਕਹਿੰਦਾ ਵੀ ਇਹਨਾਂ ਦਾ ਦਿੱਲੀ ਦੇ ਵਿੱਚ ਰਹਿਣਾ ਮੇਰੇ ਵਾਸਤੇ ਚੰਗਾ ਨਹੀਂ ਹੈ। ਇਹ ਛੋਟੇ ਭਾਈ ਨੂੰ ਦਿੱਲੀ ਵਿੱਚੋਂ ਜਾਣ ਦਾ, ਇੱਥੋਂ ਭੇਜਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਤੇ ਬਧੇ ਮੋਹਿ ਦੁਖ ਜੀ ਕੋ। ਕਿਉਂਕਿ ਜਿਉਂ-ਜਿਉਂ ਇੱਥੇ ਰਹਿਣਗੇ ਇਹਨਾਂ ਕਰਕੇ ਤਾਂ ਮੇਰੀ ਜਿੰਦ ਦੇ ਦੁੱਖ ਵਧਣਗੇ। ਇਤਿਆਦਕ ਨਿਤ ਗਟੀ ਗਿਨੰਤਾ। ਇਸ ਤਰ੍ਹਾਂ ਬਾਦਸ਼ਾਹ ਦੀ ਕਚਹਿਰੀ 'ਚ ਜਦੋਂ ਵਡਿਆਈ ਸੁਣ ਲਈ ਨਾ ਨੇ ਇੱਕ ਦੋ ਵਾਰਾਂ, ਤੇ ਫਿਰ ਜਾ ਕੇ ਉੱਥੇ ਤਾਂ ਚੁੱਪੀ ਹੈ ਹਾਲਾਂ। ਘਰੇ ਜਾ ਕੇ ਬੜੀਆਂ ਗਿਣਤੀਆਂ ਮਿਣਤੀਆਂ ਕਰਦਾ, ਡੇਰੇ 'ਚ ਬੈਠਾ ਬੜੀਆਂ ਸੋਚਾਂ ਸੋਚਦਾ ਹੈ। ਜਬ ਕੇ ਪੁਰ ਪਰ ਵਿਸ਼ੇ ਦੁਖ ਹੰਤਾ। ਗੱਲ ਕੀ ਜਦੋਂ ਤੋਂ ਦੁੱਖਾਂ ਦੇ ਨਾਸ਼ ਕਰਨ ਹਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੇ ਵਿੱਚ ਪ੍ਰਵੇਸ਼ ਕੀਤੇ ਹਨ। ਸਾਹੁ ਸਮੀਪ ਸੁਣਤ ਜਸ ਸੁੰਦਰ। ਤੇ ਜੋ ਔਰੰਗਜ਼ੇਬ ਬਾਦਸ਼ਾਹ ਹੈ ਉਹ ਆਪਣੇ ਸਾਥੀਆਂ ਕੋ ਸੰਗੀਆਂ ਕੋਲੋਂ ਬੜਾ ਸੋਹਣਾ ਜਸ ਗੁਰੂ ਘਰ ਦਾ ਸੁਣਦਾ ਏ। ਆ ਕੇ ਨੇਤੀ ਨਵੀਂ ਖਬਰ ਦਿੰਦੇ ਨੇ ਵੀ ਹੇ ਬਾਦਸ਼ਾਹ ਸਲਾਮਤ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਾਂ ਬਹੁਤ ਹੀ ਸ਼ਕਤੀਆਂ ਦੇ ਮਾਲਕ ਹਨ। ਜਰ ਬਰ ਗਇਓ ਹਿਰਦੇ ਕੇ ਅੰਦਰ। ਤੇ ਇੱਕ ਦਿਨ ਫੇਰ ਜਦੋਂ ਇਸ ਤਰ੍ਹਾਂ ਵਡਿਆਈ ਸੁਣੀ ਤਾਂ ਰਾਮ ਰਾਏ ਤਾਂ ਕਹਿੰਦੇ ਦਿਲ ਵਿੱਚ ਹੀ ਬਿਨਾਂ ਅੱਗ ਤੋਂ ਬਿਨਾਂ ਬਾਲਣੋਂ ਸੜ ਬਲ ਗਿਆ, ਸੜ ਕੇ ਕੋਲਾ ਹੋ ਗਿਆ। ਕਹਿਣ ਲਗਿਓ ਸਭ ਸਭਾ ਮਝਾਰੀ। ਸਾਰੀ ਸਭਾ ਦੇ ਵਿੱਚ ਬੈਠਾ ਹੋਇਆ ਈਰਖਾ ਦੀ ਅੱਗ ਨਾ ਭਾਂਬਣਾ ਨਾ ਮੱਚਦਾ ਰਾਮ ਰਾਏ ਕਹਿੰਦਾ ਹੈ, ਜੇ ਤੁਮ ਕੀਰਤ ਕਰਤ ਉਚਾਰੀ। ਕਹਿੰਦੇ ਵੀ ਜਿਸ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਤੁਸੀਂ ਕੀਰਤੀ ਉਚਾਰਨ ਕਰਦੇ ਹੋ ਨਾ ਇੱਥੇ ਬੈਠੇ ਹੋਏ, ਬਾਲਕ ਬੈ ਮੈਂ ਬਿਗਨ ਵਿਸਾਲੇ। ਉਹ ਤਾਂ ਛੋਟੀ ਉਮਰ ਹੈ, ਉਹਨਾਂ ਨੂੰ ਛੋਟੀ ਉਮਰ 'ਚ ਹੀ ਬੜੇ ਵੱਡੇ ਵਿਘਨ ਪੈਣੇ ਹਨ ਸਰੀਰ ਤੇ। ਆਦ ਸੀਤਲਾ ਕਰਤੀ ਕਾਲੇ। ਕਹਿੰਦੇ ਵੀ ਇਹਨਾਂ ਦਾ ਤੇ ਸੀਤਲਾ ਮਾਤਾ ਨੇ ਕਾਲ ਹੀ ਕਰ ਦੇਣਾ, ਇਹਨਾਂ ਨੂੰ ਚੇਚਕ ਰਹਿਣ ਨਹੀਂ ਦਊ, ਇਹ ਤਾਂ ਬਸ ਮਰਨਗੇ ਛੇਤੀ ਹੀ। ਇਨ ਤੇ ਉਬਰਨ ਦੁਸ਼ਟਰ ਹੈ। ਕਿਉਂਕਿ ਸੀਤਲਾ ਜਿਹੜੀ ਹੈ ਇਹ ਤੋਂ ਉਬਰਨਾ, ਇਹ ਤੋਂ ਬਚਣਾ। ਰਾਮ ਰਾਏ ਕਹਿੰਦਾ ਇਹ ਛੋਟੇ ਭਰਾ ਮੇਰੇ ਲਈ ਬੜਾ ਦੁਸ਼ਟਰ ਬੜਾ ਕਠਿਨ ਹੋਵੇਗਾ, ਇਹਨਾਂ ਨੂੰ ਤਾਂ ਇਹ ਬਿਮਾਰੀ ਘੇਰ ਲਵੇਗੀ ਆ ਕੇ। ਵੱਡੇ ਹੋਣ ਪੁਨ ਪਾਛੇ ਲਹੈ। ਆ ਵੱਡਾ ਹੋਣਾ, ਸਰੀਰ ਵਧਣਾ, ਉਮਰ ਵਧਣੀ, ਇਹ ਤਾਂ ਕਹਿੰਦੇ ਗੱਲ ਪਿੱਛੇ ਰਹਿ ਗਈ ਹੈ। ਦੋਹਰਾ ਖਾਜ ਸੀਤਲਾ ਕੋ ਹੈ। ਰਾਮ ਰਾਏ ਸਾਧ ਸੰਗਤ ਜੋ ਵਰ ਮਿਲਿਆ ਸੀ ਤੇਰੀ ਰਸਨਾ ਦੇ ਵਾਸਾ ਕਰਾਂਗੇ, ਉਹ ਵੇਖੋ ਮਹਾਰਾਜ ਸਾਹਿਬ ਦੇ ਬਚਨਾਂ ਦਾ ਦੁਰਉਪਯੋਗ ਕਰ ਰਿਹਾ ਹੈ, ਪਾਪੀ ਬਣ ਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਨਿੰਦਾ ਕਰਦੇ ਆ, ਕਹਿੰਦਾ ਉਹ ਜਿਸ ਦੀ ਵਡਿਆਈ ਤੁਸੀਂ ਅਹਲਕਾਰੋ ਕਰਦੇ ਹੋ ਬਾਦਸ਼ਾਹ ਕੋਲ, ਉਹ ਤੇ ਸੀਤਲਾ ਦਾ ਖਾਜਾ ਹੈ, ਉਹਨੂੰ ਤੇ ਸੀਤਲਾ ਨੇ ਖਾ ਜਾਣਾ ਏ। ਕਹਾਂ ਭਇਓ ਜੇ ਆਏ। ਫਿਰ ਕੀ ਹੋ ਗਿਆ ਜੇ ਦਿੱਲੀ ਵਿੱਚ ਆ ਗਏ ਆ, ਕੀ ਉਹਦੀਆਂ ਸਿਫਤਾਂ ਕਰੀ ਜਾਂਦੇ, ਗੁਣ ਗਾਈ ਜਾ ਰਹੇ ਹੋ। ਕਿਵੇਂ ਉਬਰੈ ਜਬ ਨਿਕਸ ਹੈ। ਬਸ ਜਦੋਂ ਇੱਕ ਵਾਰਾਂ ਬਿਮਾਰੀ ਸਰੀਰ ਤੇ ਆ ਗਈ, ਚੇਚਕ ਕੇ ਸੀਤਲਾ ਨਿਕਲ ਆਈ, ਫਿਰ ਕਿਵੇਂ ਬਚਣਗੇ? ਬਚਿਆ ਹੀ ਨਹੀਂ ਜਾਣਾ, ਉਹਨਾਂ ਨੂੰ ਸੀਤਲਾ ਨੇ ਖਾ ਹੀ ਜਾਣਾ ਹੈ। ਸਮਾਂ ਭਇਓ ਨਿਕਟਾਏ। ਇਹਨਾਂ ਦਾ ਸਮਾਂ ਰਾਮ ਰਾਏ ਕਹਿੰਦਾ ਵੀ ਨਿਕਟੀ ਆ ਗਿਆ, ਹੁਣ ਬਚਣਗੇ ਨਹੀਂ, ਮੌਤ ਦੇ ਵਸ ਹੋਣਗੇ। ਚੌਪਈ ਨਹੀਂ ਸੀਤਲਾ ਨਿਕਸੀ ਆਗੇ। ਇਹ ਠੀਕ ਹੈ ਵੀ ਭਾਵੇਂ ਪਹਿਲਾਂ ਇਹਦੇ ਸਰੀਰ ਤੇ ਸੀਤਲਾ ਨਹੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕਦੀ ਨਿਕਲੀ, ਅਬ ਨਿਕਸੇ ਤਉ ਪ੍ਰਾਨਨ ਤਿਆਗੇ। ਪਰ ਹੁਣ ਕਹਿੰਦੇ ਨਿਕਲੇਗੀ, ਜਦੋਂ ਨਿਕਲੇਗੀ ਤਾਂ ਪ੍ਰਾਣ ਹੀ ਤਿਆਗ ਜਾਣਗੇ,
ਸਰੀਰ ਨਹੀਂ ਬਚੇਗਾ। ਜਬ ਉਬਰਹਿ ਤਬ ਜੀਵਨ ਆਸਾ। ਹਾਂ, ਜਬ ਉਭਰੈ, ਕਹਿੰਦੇ ਜੇ ਉਭਰਨਗੇ ਬਚਣਗੇ ਤਾਂ ਹੀ ਜਿਉਣ ਦੀ ਆਸ ਹੋਵੇਗੀ ਨਾ, ਤਾਂ ਹੀ ਖਿਆਲ ਹੋਵੇਗਾ ਨਾ ਵੀ ਇਹ ਹੋਰ ਜਿਉਣਗੇ, ਪਰ ਬਚਿਆ ਹੀ ਨਹੀਂ ਜਾਣਾ ਇਹਨਾਂ ਦੇ ਪਾਸੋਂ। ਤਾਉ ਲਗ ਨਹਿ ਤਿਨ ਕੋ ਪਰਵਾਸਾ। ਅਤੇ ਇਸ ਪ੍ਰਕਾਰ ਦੇ ਨਾਲ RAM ਰਾਏ ਸਾਧ ਸੰਗਤ ਜੀ ਤਉ ਲਗ ਨਹਿ ਤਿਨ ਕੋ ਪ੍ਰਵਾਸਾ, ਉਹਨਾਂ ਚਿਰ ਤਿੱਕਰ ਤਾਂ ਕਹਿੰਦੇ ਉਹਨਾਂ ਦਾ ਪ੍ਰਵਾਸਾ ਭਰੋਸਾ ਹੀ ਕੋਈ ਨਹੀਂ ਬਚਣ ਦਾ। ਇਹ ਬਿਮਾਰੀ ਬਸ ਘੇਰੂਗੀ। ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਆ ਕੇ ਇਹ ਮੇਰਾ ਛੋਟਾ ਭਰਾ RAM ਰਾਏ ਕਹਿੰਦਾ ਇਹ ਸੀਤਲਾ ਦੀ ਬਿਮਾਰੀ ਨਾਲ ਪੀੜਤ ਹੋਏਗਾ, ਬਚੇਗਾ ਨਹੀਂ। ਜੇ ਬਚੂਗਾ ਤਾਂ ਹੀ ਜ਼ਿੰਦਗੀ ਜਿਉਣ ਦਾ ਭਰੋਸਾ ਹੈ ਨਾ, ਪਰ ਇਹਨਾਂ ਦੇ ਪ੍ਰਾਣਾਂ ਦਾ ਹੁਣ ਅੰਤ ਆ ਗਿਆ ਹੈ। ਨੌਰੰਗ ਸਹਿਤ ਸੁਨਤ ਬਿਸਮਾਏ। ਜਦੋਂ RAM ਰਾਏ ਨੇ ਇਸ ਤਰ੍ਹਾਂ ਸਰਾਫ ਦੇ ਬਚਨ ਕਹੇ, ਔਰੰਗਜ਼ੇਬ ਦੇ ਸਮੇਤ ਜਿੰਨੀ ਵੀ ਸਭਾ ਬੈਠੀ ਸਾਰੀ ਹੈਰਾਨ ਹੋ ਗਏ। ਦ્વੈਸ਼ ਅਨੁਜ ਸੋ ਸਰਾਪ ਅਲਾਏ। ਕਹਿਣ ਲੱਗੇ ਵੀ ਇਹ RAM ਰਾਏ ਵੇਖੋ ਵੀ ਆਪਣੇ ਛੋਟੇ ਭਰਾ ਨਾਲ ਕੈਸਾ ਦ્વੈਸ਼ ਕਮਾਰਿਆ ਹੈ, ਦ્વੈਸ਼ ਦੇ ਵਿੱਚ ਆ ਕੇ ਉਹਨਾਂ ਨੂੰ ਸਰਾਪ ਦੇ ਰਿਹਾ ਏ। ਆਪ ਸੋ ਨਹਿ ਮਿਲਵੇ ਤੇ ਸਚਾਹੂ। ਤੇ RAM ਰਾਏ ਦੇ ਸਰਾਪ ਦੀਆਂ ਗੱਲਾਂ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਵੇਖੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਤਾਂ ਸਾਡੇ ਨਾਲ ਮਿਲਣ ਦੀ ਕੋਈ ਚਾਹ ਹੀ ਨਹੀਂ ਆ, ਉਹਨਾਂ ਸਾਡੇ ਕੋਲ ਆਉਣ ਦੀ ਕੋਈ ਇੱਛਾ ਹੀ ਨਹੀਂ ਕੀਤੀ। ਤਉ ਦੁਖੈ ਸ਼ੋਭਤ ਮਨ ਮਾਹੁ। ਪਰ ਫੇਰ ਵੀ ਇਹ RAM ਰਾਏ ਕਿੰਨਾ ਕਹਿੰਦੇ ਵੀ ਸ਼ੋਭਤ ਕਾਲਾ ਪੈ ਰਿਹਾ, ਅੰਦਰੋਂ ਹੌਲਾ ਹੋ ਰਿਹਾ ਏ, ਈਰਖਾ ਕਰਕੇ ਦੁਖੀ ਜਾ ਰਿਹਾ ਹੈ। ਅਲਪ ਆਰ ਬਲ ਸ਼ਿਮਾ ਕਰਤ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਰੇ ਬਾਦਸ਼ਾਹ ਸੋਚਦਾ ਵੀ ਉਹਨਾਂ ਦੀ ਵੇਖੋ ਵੀ ਉਮਰ ਵੀ ਛੋਟੀ ਆ ਸਰੀਰ ਕਰਕੇ, ਪਰ ਫੇਰ ਵੀ ਕਿੰਨੇ ਧੀਰਜ ਧਾਰੀ ਨੇ ਵੀ ਉਹਨਾਂ ਨੇ ਸ਼ਿਮਾ ਦਾ ਸਹਾਰਨ ਸ਼ਕਤੀ ਦਾ ਹੀ ਗੁਣ ਧਾਰਨ ਕੀਤਾ ਹੈ। ਪਤਾ ਵੀ ਆ ਭਾਵੇਂ ਵੀ RAM ਰਾਏ ਦੇ ਕਹਿਣ ਤੇ ਦਿੱਲੀ ਉਹਨਾਂ ਨੂੰ ਬੁਲਾਇਆ ਗਿਆ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਤਾਂ ਇੱਥੇ ਆ ਕਰਕੇ ਵੀ RAM ਰਾਏ ਦੇ ਤਾਂ ਹੀ ਕੋਈ ਬਚਨ ਬਿਲਾਸ ਨਹੀਂ ਕੀਤਾ। ਇਹ ਜੇਠੋ ਹੌਰਵਤ ਧਰਤ ਹੈ। ਪਰ ਇਹ ਜੇਠਾ ਇਹ ਵੱਡਾ ਪੁੱਤਰ ਜਿਹੜਾ RAM ਰਾਏ ਹੈ, ਇਹਦੇ ਬੜਾ ਹੌਲਾ ਨਿਕਲਿਆ, ਅੰਦਰੋਂ ਬਹੁਤਾ ਹੀ ਇਹਦਾ ਕੱਚਾ ਨਿਕਲਿਆ ਵੀ ਬਿਨਾਂ ਆਇਆਂ ਤੋਂ ਬਿਨਾਂ ਕਿਸੇ ਕਾਰਨ ਹੀ ਆਪਣੇ ਭਰਾ ਨੂੰ ਸਰਾਫ ਦੇਈ ਜਾ ਰਿਹਾ ਏ। ਲਖੀ ਜਾਏ ਨ ਮਹਿ ਵਿਪਰੀਤ। ਇਹਨਾਂ ਦੋਵਾਂ ਵਿੱਚ ਵਿਪਰੀਤ ਵੇਖੀ ਜਾ ਰਹੀ ਹੈ ਵੀ ਕਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ਼ਾਂਤ ਸਰੂਪ ਤੇ ਕਿੱਥੇ ਇਹ RAM ਰਾਏ ਇਹ ਹੌਲਾ ਪੈ ਗਿਆ ਅੰਦਰੋਂ, ਇਹਦੇ ਅੰਦਰ ਈਰਖਾ ਦੀ ਪ੍ਰਜਵਲਤ ਅਗਲੀ ਬਲ ਰਹੀ ਹੈ। ਹੌਰਵ ਅਰ ਗੰਭੀਰ ਜੋ ਚੀਤ। ਹੌਰਵ ਅਰ ਗੰਭੀਰ ਜੋ ਚੀਤ, ਵੀ ਕਿੱਥੇ ਇਹ ਹੌਲਾ ਹੈ ਦਿਲ ਕਰਕੇ, ਕਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੰਭੀਰਤਾ ਵਾਲੇ ਹਨ। ਇਤਿਆਦਕ ਸਭ ਹਿਰਦੇ ਵਿਚਾਰ। ਇਤਿਆਦਕ RAM ਰਾਏ ਦੀਆਂ ਗੱਲਾਂ ਸੁਣ ਕੇ ਔਰੰਗਜ਼ੇਬ ਨੇ ਵਿਚਾਰ ਕਰ ਲਈ, ਨਿਰਣਾ ਕਰ ਲਿਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਵੱਡੇ ਨੇ ਤੇ RAM ਰਾਏ ਦੇ ਪੱਲੇ ਨਹੀਂ ਕੁਝ। ਸੁਣ ਕੇ ਨੌਰੰਗ ਸ਼ਾਹ ਉਚਾਰ। ਇਹ RAM ਰਾਏ ਦਾ ਬਚਨ ਸੁਣ ਕੇ ਸਰਾਫ ਦਾ ਔਰੰਗਜ਼ੇਬ ਕਹਿਣ ਲੱਗਾ, ਕਿਉਂ ਤੁਮ ਰਿਸੋ ਭਰਾਤ ਟਿਕ ਜਾਣੇ। ਕਹਿਣ ਲੱਗੇ ਹੇ RAM ਰਾਏ ਜੀ ਤੁਸੀਂ ਆਪਣੇ ਭਰਾ ਛੋਟੇ ਨੂੰ ਨੇੜੇ ਆਇਆ ਦਿੱਲੀ ਵਿੱਚ ਆਇਆ ਜਾਣ ਕੇ ਕਾਹਤੋਂ ਗੁੱਸਾ ਕਰਦੇ ਹੋ। ਹਮ ਸੰਗ ਮੇਲ ਨਹੀਂ ਸੋ ਮਾਨੇ। ਉਹਨਾਂ ਨੇ ਸਾਡੇ ਨਾਲ ਤਾਂ ਮਿਲਾਪ ਰੱਖਣ ਦੀ ਗੱਲ ਵੀ ਨਹੀਂ ਕੋਈ ਮੰਨੀ, ਸਾਡੇ ਕਚਹਿਰੀ ਵਿੱਚ ਆਉਣ ਦੀ ਹਾਮੀ ਨਹੀਂ ਭਰੀ 8ਵੇਂ ਪਾਤਸ਼ਾਹ ਨੇ। ਪੂਰਬ ਕਹਿਤ ਅਵਾਹਨ ਤਾਹੀ। ਤੇ ਪਰ ਪਹਿਲਾਂ ਵੇਖ ਪੂਰਬ ਪਹਿਲਾਂ ਤੂੰ ਹੀ ਕਹਿ ਕੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਮੰਗਾਓ, ਤੂੰ ਹੀ ਨਿਤ ਸਭਾ ਵਿੱਚ ਕਹਿਣਾ ਸਨ। ਬਾਦਸ਼ਾਹ ਕਹਿੰਦਾ ਅਸੀਂ ਤਾਂ ਇਨਕਾਰ ਕੀਤਾ ਸੀ ਵੀ ਉਹਨਾਂ ਨੂੰ ਕਾਹਤੋਂ ਸੱਦਣਾ, ਪਰ ਤੇਰੇ ਕਹਿਣੇ ਕਰਕੇ ਹੀ ਦਿੱਲੀ ਦੇ ਵਿੱਚ ਬੁਲਾਇਆ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ। ਅਬ ਕਿਉਂ ਦੁਖ ਹੋ ਆਵਤਿਓ ਪਾਹੀ। ਤੇ ਜੇ ਹੁਣ ਦਿੱਲੀ ਵਿੱਚ ਉਹ ਕਹਿਣੇ ਨੂੰ ਮੰਨ ਕੇ ਆ ਗਏ ਨੇ, ਫਿਰ ਹੁਣ RAM ਰਾਏ ਤੂੰ ਕਿਉਂ ਦੁਖੀ ਹੋਣਾ ਹੈ। ਉਹ ਸੁਸ਼ੀਲ ਕਰ ਹੈ ਨਿਜ ਮੇਲਾ। ਉਹ ਸੁਸ਼ੀਲ ਕਰੋ ਨਿਜ ਮੇਲਾ, ਆਪਣਾ ਮੇਲ ਰੱਖੋ ਸਤਿਗੁਰੂ ਸਾਹਿਬ ਜੀ ਦੇ ਨਾਲ। ਸੁਸ਼ੀਲ ਨਿਮਰਤਾ ਵਾਲਾ ਸਰਲ ਸੁਭਾਅ ਧਾਰਨ ਕਰ। ਆਪਸ ਮੈਨ ਕਹੋ ਦੁਹੇਲਾ। ਆਪਸ ਵਿੱਚ ਦੁਖਦਾਈ ਵਾਗ ਸ਼ਰਾਬ ਦੇ ਵਚਨ ਬਾਦਸ਼ਾਹ ਕਹਿੰਦਾ ਨਾ ਕਹਿਣਾ ਕਰੋ। ਤੁਮ ਦੋਨੋਂ ਕੇ ਨੇ ਫਲ ਨਾ ਬੈਨ। ਤੁਮ ਦੋਨੋਂ ਕੇ ਨਿਫਲ ਨਾ ਬੈਨ। ਇਸ ਗੱਲ ਦਾ ਮੈਨੂੰ ਪਤਾ ਹੈ ਨਾ ਵੀ ਤੁਸੀਂ ਜੋ ਵਚਨ ਕਰੋਗੇ ਉਹ ਵੀ ਮੈਂ ਪਰਤਾਇਆ ਹੈ, ਪੂਰਾ ਹੋ ਜਾਂਦਾ ਹੈ। ਜੇ ਉਧਰੋਂ ਕੁਝ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਹਿਤਾ ਤਾਂ ਉਹ ਗੱਦੀ ਦੇ ਮਾਲਕ ਨੇ,
ਕਿਹਾ ਹੋਇਆ ਬਚਨ ਜਿਹੜਾ ਵਿਅਰਥ ਨਹੀਂ ਜਾਵੇਗਾ। ਕਹੋ ਸੋ ਹੋਏ ਦੁਖ ਕੈ ਸੁਖ ਚੈਨ। ਕਹੋ ਸੋ ਹੋਏ ਦੁਖ ਕੈ ਸੁਖ ਚੈਨ। ਜਿਹੜਾ ਬਚਨ ਕਹੋਗੇ, ਦੁੱਖ ਦੇਣ ਵਾਲਾ ਤਾਂ ਦੁੱਖ ਹੋਏਗਾ, ਸੁਖ ਚੈਨ ਦੇਣ ਵਾਲਾ ਤਾਂ ਸੁਖ ਹੋਵੇਗਾ। ਆਪ ਰਿਸ ਕਰ ਬੋਲੋ ਜਿਵੇਂ ਆਪ। ਬਾਦਸ਼ਾਹ ਰਾਮ ਰਾਏ ਨੂੰ ਕਹਿੰਦਾ ਹੈ ਵੀ ਰਾਮ ਰਾਏ ਜੀ, ਜਿਵੇਂ ਹੁਣ ਕ੍ਰੋਧ ਕਰਕੇ ਤੁਸੀਂ ਸ਼ਰਾਪ ਦੇ ਬਚਨ ਕਹਿ ਰਹੇ ਹੋ ਵੀ ਉਸ ਸੀਤਲਾ ਦੇ ਨਾਲ ਹੀ ਸਰੀਰ ਤਿਆਗਣਗੇ, ਉਚਰੈ ਸੋ ਭੇ ਪਰਹਿ ਸੰਤਾਪ। ਤੇ ਜੇ ਉਹ ਵੀ ਇਦਾਂ ਦਾ ਕੋਈ ਬਚਨ ਉਚਾਰ ਦੇਣ ਤੇਰੇ ਪ੍ਰਤੀ ਤੇ ਫਿਰ ਤੈਨੂੰ ਵੀ ਤਾਂ ਦੁੱਖ ਹੋ ਕੇ ਹੀ ਰਹੇਗਾ, ਤੂੰ ਕਿਹੜਾ ਬਚ ਜਾਵੇਂਗਾ। ਸਿਮਾ ਕਰੇ ਸੁਖ ਪ੍ਰਾਪਤ ਦੋ। ਸ਼ਿਮਾ ਧਾਰਨ ਵਿੱਚ ਹੀ ਦੋਵਾਂ ਨੂੰ ਸੁਖ ਹੈ। ਗੁਰੂ ਹਰਿ ਸਾਹਿਬ ਦੀਆਂ ਸ਼ਕਤੀਆਂ ਵਰਤ ਰਹੀਆਂ ਨੇ ਤੁਹਾਡੇ ਅੰਦਰ। ਸਿੱਖ ਸੇਵਕ ਮੰਨੈ ਸਭ ਕੋ। ਸਭ ਸਿੱਖ ਸੰਗਤਾਂ ਤੁਹਾਡਾ ਗੁਰੂ ਪੁੱਤਰ ਹੋਣ ਕਰਕੇ ਸਨਮਾਨ ਕਰਦੀਆਂ ਨੇ। ਹਿੰਦਨ ਮੈਂ ਤੁਮ ਸੋ ਜਸ ਆ ਵਿਸਾਲ। ਵੇਖੋ ਹਿੰਦੂਆਂ ਦੇ ਵਿੱਚ ਤੁਹਾਡਾ ਕਿੰਨਾ ਵਿਸ਼ਾਲ ਜਸ ਹੈ। ਸਭ ਹਿੰਦੂ ਵੀ ਤੁਹਾਨੂੰ ਹੀ ਆਪਣਾ ਗੁਰੂ ਮੰਨਦੇ ਹਨ ਸਿੱਖਾਂ ਵਾਂਗ। ਅਰਪਹਿ ਧਨ ਕੋ ਸ਼ਰਧਾ ਨਾਲ। ਤੇ ਜਿਵੇਂ ਸਿੱਖ ਸ਼ਰਧਾ ਰੱਖਦੇ ਉਵੇਂ ਸ਼ਰਧਾ ਰੱਖ ਕੇ ਧਨ ਵੀ ਭੇਟਾ ਕਰਦੇ ਨੇ। ਸੁਨ ਸ਼੍ਰੀ ਰਾਮ ਰਾਏ ਪੁਨ ਕਹਿਓ। ਬਾਦਸ਼ਾਹ ਦੀ ਗੱਲ ਸੁਣ ਕੇ ਰਾਮ ਰਾਏ ਫਿਰ ਬੋਲਿਆ। ਪਿਤ ਕੋ ਸਭ ਸਮਾਜ ਤਿਨ ਲਹਿਓ। ਕਹਿਣ ਲੱਗਾ ਵੀ ਪਿਤਾ ਗੁਰੂ ਹਰਿ ਸਾਹਿਬ ਦਾ ਜਿੰਨਾ ਵੀ ਸਾਜੋ ਸਮਾਨ ਸੀ ਸਮੇਤ ਗੱਦੀ ਦੇ, ਉਹ ਸਾਰਾ ਕੁਝ ਮੇਰੇ ਛੋਟੇ ਭਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਲੈ ਲਿਆ ਏ। ਵੈ ਬਿੰਸਤ ਸ਼ਤ ਬਲੀ ਤੁਰੰਗ। ਫਿਰ 2 ਤੇ 2200 ਘੋੜ ਸਵਾਰ ਬਲੀ ਸੂਰਮੇ ਉਹ ਵੀ ਉਹਨਾਂ ਨੇ ਆਪਣੇ ਕੋਲ ਰੱਖੇ ਨੇ। ਬਹੁਤ ਸਮਾਜ ਅਪਰ ਤਿਨ ਸੰਗ। ਤੇ ਉਹਨਾਂ ਦੇ ਨਾਲ ਹੋਰ ਵੀ ਬੜਾ ਸਾਜੋ ਸਮਾਨ, ਬਹੁਤ ਸੁੱਖ ਸਹੂਲਤਾਂ ਦੀਆਂ ਵਸਤੂਆਂ, ਉਹ ਵੀ ਸਾਰਾ ਕੁਝ ਹੀ ਲੈ ਲਿਆ ਏ। ਸਿਅੰਦਨ ਸੇਵਕਾ ਬਾਹਨ ਘਨੇ। ਬਹੁਤ ਹੀ ਰਾਛਵੇਂ, ਬਹੁਤ ਪਾਲਕੀਆਂ, ਹੋਰ ਕਈ ਤਰ੍ਹਾਂ ਦੇ ਬੱਗੀਆਂ ਆਦਿਕ ਜਿਹੜੇ ਵਾਹਨ ਹਨ। ਸਦਨ ਸਮਗਰੀ ਕੋ ਸਭ ਗਿਨੈ। ਸਦਨ ਸਮਗਰੀ ਘਰ ਵਿੱਚ ਦੀ ਸਮਗਰੀ ਮਾਇਆ ਕੋ ਸਭ ਗਿਨੇ, ਕਿਹੜਾ ਗਿਣ ਕੇ ਦੱਸੇ। ਕਿੰਨਾ ਕੁਝ ਰਾਮ ਰਾਏ ਬਾਦਸ਼ਾਹ ਨੂੰ ਕਹਿੰਦਾ ਮੇਰੇ ਭਰਾ ਛੋਟੇ ਨੇ ਸਾਂਭ ਲਿਆ ਏ। ਅਨੇਕ ਪਦਾਰਥ ਪਿਤ ਕੇ ਲੀਨੇ। ਅਨੇਕਾਂ ਹੀ ਪਦਾਰਥ ਪਿਤਾ ਗੁਰੂ ਹਰਿ ਸਾਹਿਬ ਜੀ ਨੇ ਜੋ ਤਿਆਰ ਕੀਤੇ ਰੱਖੇ ਸਨ ਉਹ ਸਾਰੇ ਹੀ ਲੈ ਲਏ। ਮੁਝ ਕੋ ਸਭ ਤੇ ਖਾਰਜ ਕੀਨੇ। ਤੇ ਵੇਖੋ ਵੀ ਮੇਰੇ ਨਾਲ ਕਿੱਡਾ ਕੁਨਿਆ ਕੀਤਾ, ਮੈਨੂੰ ਸਭ ਵਸਤੂਆਂ ਤੋਂ ਖਾਰਜੀ ਕਰ ਦਿੱਤਾ, ਮੈਨੂੰ ਬੇਦਖਲ ਹੀ ਕਰ ਦਿੱਤਾ। ਅਬ ਦਿੱਲੀ ਪੁਰ ਸੰਗਤ ਸੇਵਾ। ਤੇ ਹੁਣ ਜੇ ਦਿੱਲੀ ਵਿੱਚ ਮੇਰਾ ਇੱਥੇ ਸਮਾਂ ਲੰਘ ਰਿਹਾ ਹੈ ਤੇ ਦਿੱਲੀ ਵਿੱਚ ਆ ਗਏ ਨੇ, ਇੱਥੇ ਵੀ ਸਿੱਖ ਸੰਗਤਾਂ ਉਹਨਾਂ ਦੀ ਸੇਵਾ ਕਰਨ ਲੱਗ ਪਈਆਂ ਨੇ। ਸਭ ਕੋ ਆਨ ਬਨਿਓ ਗੁਰਦੇਵਾ। ਰਾਮ ਰਾਏ ਕਹਿੰਦੇ ਦਿੱਲੀ ਚ ਆ ਕੇ ਸਾਰਿਆਂ ਦੇ ਗੁਰਦੇਵ ਵੱਡੇ ਸਤਿਗੁਰੂ ਬਣ ਕੇ ਬੈਠ ਗਏ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਹੁਣ ਕੌਣ ਦੱਸੇ ਵੀ ਗੁਰੂ ਹੈ ਹੀ ਉਹ ਗੁਰਿਆਈ ਦੇ ਮਾਲਕ ਹਨ। ਵੇਖੋ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਨਾਂ ਤੇ ਤਾਂ ਕਿੱਡੇ ਕਿੱਡੇ ਸਥਾਨ ਬਣੇ ਆ। ਸਿੱਖ ਸੰਗਤਾਂ ਦੀਆਂ ਕਤਾਰਾਂ ਅੱਜ ਤੀਕਰ ਲੱਗੀਆਂ ਨੇ 8ਵੇਂ ਪਾਤਸ਼ਾਹ ਦੇ ਬਾਲਾ ਪ੍ਰੀਤਮ ਦੇ ਦਰ ਤੇ। ਰਾਮ ਰਾਏ ਦੇ ਦਰ ਤੇ ਕੌਣ ਜਾਂਦਾ ਹੈ, ਉਹਨੂੰ ਕੌਣ ਪੁੱਛਦਾ ਹੈ। ਇੱਥੋਂ ਸਤਿਗੁਰੂ ਸਾਹਿਬ ਦੀ ਵਡਿਆਈ ਮਹਾਨਤਾ ਪ੍ਰਗਟ ਹੀ ਆ ਨਾ। ਸਦੀਆਂ ਗੁਜ਼ਰ ਗਈਆਂ ਪਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰ ਤੇ ਅੱਜ ਵੀ ਬਖਸ਼ਾਂ ਵਰਤ ਰਹੀਆਂ ਨੇ। ਤੇ ਰਾਮ ਰਾਏ ਦਾ ਕੋਈ ਸਿੱਖ ਨਾਂ ਲੈ ਕੇ ਨਹੀਂ ਰਾਜੀ, ਕੋਈ ਵੀ ਉਸ ਦੇ ਦਰ ਤੇ ਜਾ ਕੇ ਨਹੀਂ ਰਾਜੀ। ਸਗੋਂ ਰਾਮ ਰਾਏ ਨੂੰ ਕੋਈ ਮੰਨਣ ਵਾਲੇ ਨਾ ਸਾਂਝ ਰੱਖਣ ਤੋਂ ਵੀ ਮਨਾ ਕਰਦੇ ਨੇ। ਜਦੋਂ ਸਿੱਖ ਨੂੰ ਅੰਮ੍ਰਿਤ ਛਕਾਇਆ ਜਾਂਦਾ ਵੀ ਰਾਮ ਰਾਈਏ ਧੀਰ ਮੱਲੀਏ ਇਨਸੋ ਮੇਲ ਨਾ ਠਾਣ, ਜੋ ਜੋ ਗੁਰ ਕੇ ਮੰਤਰਹੀਨ ਮੂੰਹ ਮੁੰਨੇ ਧੀਆਂ ਮਾਰ, ਤਿਲ ਸੋ ਮੇਲ ਨਾ ਕੀਜੇ ਇਹ ਆਖੀ ਕਰਤਾਰ, ਸਿੰਘਨ ਕੀ ਟਹਿਲ ਕਮਾਵਣੀ ਗੁਰ ਮੰਤਰ ਰਖਣਾ ਚੀਤ, ਬੰਸ ਘਾਤ ਕਰਨਾ ਨਹੀਂ ਇਹ ਸਿੰਘਨ ਕੀ ਰੀਤ। ਇਤਿਆਦਿਕ ਬਚਨ ਦ੍ਰਿੜ ਕਰਾਏ ਜਾਂਦੇ ਹਨ ਵੀ ਰਾਮ ਰਾਈਆਂ ਨਾ ਨਹੀਂ ਵਰਤਣਾ। ਹੁਣ ਪਹਿਲਾਂ ਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਬਾਦਸ਼ਾਹ ਨੂੰ ਕਹਿ ਕੁਹਾ ਕੇ ਸੱਦ ਲਿਆ। ਹੁਣ ਸੁਭਾਵਿਕ ਹੀ ਆ ਉਹਨਾਂ ਦੇ ਆਉਣ ਦੇ ਨਾਲ ਇੱਕ ਪਾਸੇ ਕੱਚ ਹੋਵੇ, ਪਹਿਲਾਂ ਲੋਕ ਕੱਚ ਨੂੰ ਹੀਰਾ ਸਮਝ ਕੇ ਮੰਨੀ ਜਾਣ, ਜਦੋਂ ਵਾਕਿਆ ਹੀ ਹੀਰਾ ਆ ਜਾਵੇ ਫਿਰ ਕੱਚ ਨੂੰ ਸਾਧ ਸੰਗਤ ਕੌਣ ਮੰਨਦਾ ਹੈ। ਇਵੇਂ ਰਾਮ ਰਾਏ ਦੀ ਮੰਨਤਾ ਸੀ ਜਿੰਨਾ ਚਿਰ ਪਾਤਸ਼ਾਹ ਨਹੀਂ ਸੀ ਆਏ। ਹੁਣ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਆਪ ਦਿੱਲੀ 'ਚ ਆ ਗਏ ਤੇ ਸੰਗਤ ਸਭ ਉਹਨਾਂ ਦੀ ਪੂਜਾ ਪੁਜਾਰੀ ਕਰਦੀ ਹੈ ਕਿਉਂਕਿ ਤਖਤ ਦੇ ਮਾਲਕ ਨੇ।
ਰਾਮ ਰਾਏ ਇਸ ਕਰਕੇ ਸੜ ਬਲ ਰਿਹਾ, ਕਹਿਣ ਲੱਗਾ ਵੀ ਇੱਥੇ ਵੀ ਸੰਗਤ ਆਪਣੀ ਸੇਵਾ 'ਚ ਲਾ ਲਈਏ। ਅਪਰ ਕਹਾਂ ਲਗ ਕਹੈ ਕਨੇਰੇ, ਇਹ ਬਾਦਸ਼ਾਹ ਹੋਰ ਮੈਂ ਕਿੱਥੋਂ ਤਾਈਂ ਆਪਣੇ ਦੁੱਖ ਤੈਨੂੰ ਦੱਸਾਂ, ਬੜੀਆਂ ਮੁਸੀਬਤਾਂ ਹਨ। ਨਹ ਐਸ਼ਵਰਜ ਚਾਹਤੋ ਮੇਰੇ, ਆਓ ਮੇਰੇ ਐਸ਼ਵਰਜ, ਮੇਰਾ ਸੁਖ ਆਰਾਮ ਮੇਰਾ ਛੋਟਾ ਭਰਾ ਚਾਹੁੰਦਾ ਹੀ ਨਹੀਂ, ਐਸੇ ਕਰਕੇ ਦਿੱਲੀ 'ਚ ਮੈਨੂੰ ਖਤਮ ਕਰਨ ਲਈ ਆਇਆ ਏ। ਸਭ ਬਿਦ ਸੋ ਮੇਰੋ ਅਧਿਕਾਰਾ, ਹਰ ਤਰ੍ਹਾਂ ਕਰਕੇ ਮੇਰਾ ਅਧਿਕਾਰ ਸੀ, ਜੋ ਕੁਝ ਗੱਦੀ ਤੋਂ ਲੈ ਕੇ ਤੇ ਕੀਰਤਪੁਰ ਸਾਜੋ ਸਮਾਨ ਤੀਕਰ। ਅਬ ਲਾਓ ਜਹ ਕਹਿ ਕਰਤ ਸੰਭਾਰਾ, ਪਰ ਹੁਣ ਤੀਕਰ ਵੀ ਜਿੱਥੇ ਕਿਥੇ ਜੋ ਵੀ ਵਸਤੂਆਂ ਨੇ ਸਭ ਕੁਝ ਮੇਰੇ ਛੋਟੇ ਭਾਈ ਨੇ ਸਾਂਭ ਲਈਆਂ ਹਨ। ਸੁਨ ਕੈ ਸ਼ਾਹ ਸਭਾ ਸਭ ਕਹਿਈ, ਔਰੰਗਜ਼ੇਬ ਦੇ ਸਮੇਤ ਸਾਰੀ ਸਭਾ ਰਾਮ ਰਾਏ ਦੇ ਕੋਲੋਂ ਸੁਣ ਕੇ ਕਹਿਣ ਲੱਗੀ, ਤੁਮ ਜੇਠੇ ਕੋ ਸ਼ਿਮਾ ਸੋਚ ਹੈ। ਕਹਿਣ ਲੱਗੇ ਤੁਸੀਂ ਵੱਡੇ ਭਰਾ, ਉਹ ਵੱਡਾ ਭਰਾ ਜਿਹੜਾ ਹੁੰਦਾ ਉਹਨੂੰ ਸ਼ਿਮਾ ਰੱਖਣੀ ਚਾਹੀਦੀ ਹੈ, ਸਹਾਰਨ ਸ਼ਕਤੀ ਚਾਹੀਦੀ ਹੈ। ਸਭ ਨੇ ਕਹਿ ਨੀਕੇ ਸਮਝਾਇਓ, ਔਰੰਗਜ਼ੇਬ ਵੇਖੋ ਜਿਹੜਾ ਪਾਪੀ ਬੰਦਾ ਹੈ ਨਾ, ਉਹ ਵੀ ਚੰਗੀ ਗੱਲ ਹੀ ਰਾਮ ਰਾਏ ਨੂੰ ਸਮਝਾ ਰਿਹਾ ਹੈ ਵੀ ਤੂੰ ਆਪਣੇ ਛੋਟੇ ਭਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਦਵੈਸ਼ ਨਾ ਕਮਾ। ਮਤ ਸਰ ਕਰਤ ਨ ਕਿਸ ਕੇ ਭਾਇਓ, ਕਿਉਂਕਿ ਈਰਖਾ ਜੋ ਤੂੰ ਸਤਿਗੁਰੂ ਸਾਹਿਬ ਨਾਲ ਕਰ ਰਿਹਾ ਇਹ ਨਹੀਂ ਕਿਸੇ ਨੂੰ ਚੰਗੀ ਲੱਗੀ। ਬਾਦਸ਼ਾਹ ਸਮੇਤ ਸਾਰਿਆਂ ਕਹਿ ਦਿਆ ਵੀ ਜਿਹੜਾ ਰਾਮ ਰਾਏ ਈਰਖਾ ਕਰ ਰਿਹਾ ਨਾ, ਇਹ ਗੱਲ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਈਰਖਾ ਕਰਨ ਵਾਲੀ ਕਹਿੰਦੇ ਸਾਨੂੰ ਨਹੀਂ ਤੇਰੀ ਚੰਗੀ ਲੱਗੀ। ਸਭਾ ਵਿਖੈ ਇਮ ਭਾ ਬਿਰਤਾਂਤ, ਇਸ ਤਰ੍ਹਾਂ ਬਾਦਸ਼ਾਹ ਦੀ ਸਭਾ ਦੇ ਵਿੱਚ ਸਾਰਾ ਬਿਰਤਾਂਤ ਹੋਇਆ। ਕਹਿਤ ਸੁਣਤ ਸਭ ਨਿਜ ਘਰ ਜਾਤ, ਕੋਈ ਕਹਿ ਰਿਹਾ ਹੈ, ਕੋਈ ਸੁਣ ਰਿਹਾ ਹੈ, ਸਾਰੇ ਫਿਰ ਆਪੋ ਆਪਣੇ ਘਰਾਂ ਨੂੰ ਜਾ ਰਹੇ ਹਨ। ਬਸਰਿਓ ਪੁਰ ਮੈਂ ਜਹ ਕਹਿ ਭਾਖਤ, ਸਾਰੇ ਪੂਰੀ ਦਿੱਲੀ ਦੇ ਵਿੱਚ ਜਿੱਥੇ ਕਿਥੇ ਇੱਕ ਤੋਂ ਅੱਗੇ ਅੱਗੇ ਤੋਂ ਅੱਗੇ ਗੱਲਾਂ ਹੋਣ ਲੱਗ ਪਈਆਂ ਵੀ ਰਾਮ ਰਾਏ ਦਾ ਸ਼ਰਾਫ ਦੇ ਰਿਹਾ, ਸਭ ਇੱਕ ਦੂਜੇ ਨਾਲ ਕਹਿ ਰਹੇ ਨੇ। ਦੋਨੋਂ ਪੱਖਨ ਕਹੋ ਸਿੱਖ ਰਾਖਤ, ਤੇ ਜਿਹੜੇ ਸਿੱਖ ਕਈ ਇਕੱਠੇ ਹੁੰਦੇ ਆ ਦੋਵਾਂ ਪੱਖਾਂ ਵਾਲੇ ਪਾਸੇ ਆਪਣਾ ਰੱਖਦੇ ਨੇ ਵੀ ਇੱਧਰ ਵੀ ਠੀਕ ਆ ਤੇ ਉੱਧਰ ਵੀ ਠੀਕ ਆ। ਕੋਈ ਕਹਿੰਦਾ ਵੀ ਇਹ ਵੀ ਵੱਡੇ ਨੇ ਤੇ ਉਹ ਵੀ ਵੱਡੇ ਹਨ। ਉਹ ਕਹੇ ਸ਼੍ਰੀ ਹਰਿਕ੍ਰਿਸ਼ਨ ਵਡੇਰੇ, ਜਿਹੜੀ ਤੇ ਭਾਵਨਾ ਵਾਲੀ ਸੰਗਤ ਹੈ ਉਹ ਕਹਿੰਦੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੱਦੀ ਦੇ ਮਾਲਕ ਨੇ, ਇਸ ਕਰਕੇ ਉਹ ਵੱਡੇ ਹਨ। ਤਿਤ ਗਾਦੀ ਪਰ ਗੁਣ ਬਹੁ ਤੇਰੇ, ਕਿਉਂਕਿ 8ਵੇਂ ਸਰੂਪ ਤੇ ਬਹੁਤ ਗੁਰਤਾ ਗੱਦੀ ਦੇ ਮਾਲਕ ਮਹਾਰਾਜ ਜਗਤ ਦੀ ਕਲਿਆਣ ਕਰਨ ਵਾਲੇ ਹਨ। ਸ਼ਮਾ ਆਦ ਤਿਨ ਹੂੰ ਮਹਿ ਪਈਅਤ, ਫਿਰ ਸ਼ਿਮਾ ਆਦਿਕ ਸਹਾਰਨ ਸ਼ਕਤੀ ਦੇ ਗੋਣੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਪ੍ਰਾਪਤ ਹੁੰਦੇ ਨੇ। ਕਰਾਮਾਤ ਮੈਂ ਅਦਕ ਲਖਈਅਤ, ਤੇ ਕਰਾਮਾਤ ਵਿੱਚ ਵੀ ਬਹੁਤ ਵੱਡੇ ਤੋਂ ਵੱਡੇ ਹਨ, ਰਾਮ ਰਾਏ ਤੋਂ ਵੀ ਉੱਚੇ ਨੇ। ਕੋ ਕਹਿ ਰਾਮ ਰਾਏ ਬੜ ਨੰਦ, ਤੇ ਕੋਈ ਕਹਿੰਦਾ ਹੈ ਠੀਕ ਆ ਭਾਵੇਂ ਉਹ ਗੁਰੂ ਨੇ, ਪਰ ਗੁਰੂ ਹਰਿ ਸਾਹਿਬ ਦਾ ਵੱਡਾ ਪੁੱਤਰ ਤਾਂ ਰਾਮ ਰਾਏ ਹੀ ਹੈ। ਕਰਾਮਾਤ ਦਿਖਰਾਏ ਬਿਲੰਦ, ਵੇਖੋ ਉਹਨਾਂ ਦੀਆਂ ਸ਼ਕਤੀਆਂ ਤਾਂ ਆਪਾਂ ਵੇਖੀਆਂ ਨੇ, ਕਿੰਨੀਆਂ ਕਰਾਮਾਤਾਂ ਦਿੱਲੀ ਆ ਕੇ ਉਹਨਾਂ ਵਿਖਾਈਆਂ ਹਨ। ਇਤਿਆਦਕ ਸਿੱਖ ਝਗੜਾ ਪਾਈ, ਇਤਿਆਦਕ ਕਈ ਜਿਹੜੇ ਸਿੱਖ ਝਗੜਾ ਵੀ ਪਾ ਲੈਂਦੇ ਨੇ ਆਪਸ ਵਿੱਚ। ਕੋਈ ਰਾਮ ਰਾਏ ਦੀ ਵਡਿਆਈ ਕਰਦਾ ਹੈ, ਕੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਕਹਿ ਰਿਹਾ ਏ। ਭਾਖੈ ਲਗਤਾ ਅਰ ਵਡਿਆਈ, ਇਹ ਵੱਡਾਪਣ ਤੇ ਛੋਟਾਪਣ ਕਹਿ ਰਹੇ ਨੇ। ਕੋਈ ਕਹਿੰਦੇ ਵੀ ਇਹ ਵੱਡੇ ਨੇ, ਕੋਈ ਕਹਿੰਦੇ ਵੀ ਇਹ ਵੱਡੇ ਹਨ, ਦੂਜੇ ਛੋਟੇ ਹਨ। ਕਹੂ ਗੁਰੂ ਹਰਿਕ੍ਰਿਸ਼ਨ ਮਹਾਨਾ, ਪਰ ਫੇਰ ਵੀ ਸਾਧ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਨ ਤੋਂ ਮਹਾਨ ਹਨ। ਉਦੈ ਹੋਤ ਨਿਤ ਭਾਨ ਸਮਾਨਾ, ਜਿਉਂ-ਜਿਉਂ ਦਿਨ ਲੰਘ ਰਹੇ ਨੇ, ਜਿਵੇਂ ਸੂਰਜ ਚੜ੍ਹੇ ਤੋਂ ਚਾਨਣ ਹੁੰਦਾ, ਐਵੇਂ ਸੂਰਜ ਵਾਂਗ ਸਾਰੀ ਦਿੱਲੀ ਵਿੱਚ ਹੀ ਪ੍ਰਗਟ ਹੋ ਗਏ। ਨਿੰਦਕ ਸਮ ਅਲੂਕ ਦੁਖ ਪਾਵਤ, ਜਿਵੇਂ ਸੂਰਜ ਦੇ ਚੜ੍ਹਿਆ ਉੱਲੂ ਦੁਖੀ ਹੁੰਦਾ, ਨਿੰਦਕ ਲੋਕ ਦੁਖੀ ਹੋ ਗਏ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਤਾਪ ਵੇਖ ਕੇ। ਸਿੱਖ ਤਾਮਰਸ ਬਿਕਸ ਸੁਹਾਵਤ, ਤੇ ਜਿਹੜੇ ਸਿੱਖ ਕਮਲ ਵਰਗੇ ਨੇ, ਜਿਵੇਂ ਸੂਰਜ ਨੂੰ ਵੇਖਿਆ ਕਮਲ ਖਿੜਦਾ ਹੈ, ਗੁਰੂ ਸਾਹਿਬ ਦੇ ਦਰਸ਼ਨ ਕਰ ਸਿੱਖਾਂ ਦੇ ਹਿਰਦੇ ਪ੍ਰਸੰਨ ਹੁੰਦੇ ਨੇ। ਜੈ ਕਹਿ ਹੋਤ ਵੱਡੀ ਵਡਿਆਈ, ਜਿੱਥੇ ਕਿੱਥੇ ਵੱਡੀ ਤੋਂ ਵੱਡੀ ਵਡਿਆਈ ਬਾਲਾ ਪ੍ਰੀਤਮ ਦੀ ਹੋ ਰਹੀ ਹੈ। ਇਤਿਆਦਕ ਗੁਣ ਲਖ ਸਮੁਦਾਈ, ਇਤਿਆਦਕ ਸਮੂਹ ਗੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਹਨ। ਇਸ ਗੱਲ ਨੂੰ ਜਾਣ ਕਰਕੇ ਸੰਗਤ ਜਸ ਕਰਦੀ ਹੈ। ਭਰੀ ਭੀੜ ਰਹਿ ਸਤ ਗੁਰਦੁਆਰੇ, ਜਿੱਥੇ ਮਹਾਰਾਜ ਠਹਿਰੇ ਹੋਏ ਹਨ ਜੈ ਸਿੰਘਪੁਰੇ ਦੇ ਵਿੱਚ ਬਹੁਤ ਸੰਗਤਾਂ ਦੀ ਹਰ ਸਮੇਂ ਭੀੜ ਲੱਗੀ ਰਹਿੰਦੀ ਹੈ। ਹੋਹੇ ਅਰੋਜ ਅਨ ਹੈ ਉਪਹਾਰੇ, ਮਹਾਰਾਜ ਸਾਹਿਬ ਦੀ ਕਿਰਪਾ ਨਾਲ ਬਹੁਤੇ ਰੋਗਾਂ ਤੋਂ ਰਹਿਤ ਹੋ ਕੇ ਫਿਰ ਸ਼ੁਕਰਾਨੇ
ਸਮੇਂ ਵਜੋਂ ਭਟਾਵਾਂ ਲੈ ਕੇ ਆਉਂਦੇ। ਮਹਾਰਾਜ ਤੁਸੀਂ ਸਾਡੇ ਰੋਗ ਦੂਰ ਕਰਤੇ। ਬੰਦਹਿ ਬੋਲਹਿ ਵੱਡ ਵਡਿਆਈ, ਬੰਦਨਾ ਕਰਦੇ ਨੇ, ਬਚਨ ਕਰਦੇ ਹਨ, ਮਹਾਰਾਜ ਦੀ ਵੱਡੀ ਵਡਿਆਈ ਕਰਦੇ ਹਨ। ਜਪਹਿ ਨਾਮ ਦਰਸਹਿ ਸੁਖ ਪਾਈ, ਤੇ ਪਾਤਸ਼ਾਹ ਦਾ ਬਖਸ਼ਿਆ ਨਾਮ ਜਪ ਕੇ ਸੁਖ ਪਾਉਂਦੇ ਨੇ। ਦੋਹਰਾ ਅਗਲੀ ਭਈ ਪ੍ਰਭਾਤ ਜਬ, ਇਸ ਤਰ੍ਹਾਂ ਜਿੱਦਣ ਰਾਮ ਰਾਏ ਨੇ ਮਹਾਰਾਜ ਦੇ ਪ੍ਰਤੀ ਈਰਖਾ ਚ ਸਰਾਫ ਵਾਲੇ ਬਚਨ ਕਹੇ, ਉਹ ਰਾਤ ਲੰਘ ਗਈ, ਜਦੋਂ ਅਗਲੀ ਸਵੇਰ ਹੋ ਆਈ। ਸੋਚ ਸਮੇਤ ਇਸ਼ਨਾਨ, ਸਰੀਰ ਦੀ ਸਮੂਹ ਕਿਰਿਆ ਕਰਕੇ ਇਸ਼ਨਾਨ ਕੀਤਾ ਸਤਿਗੁਰਾਂ ਨੇ। ਕਰ ਬੈਠੇ ਸ੍ਰੀ ਸਤਿਗੁਰੂ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਤਿਆਰ ਹੋ ਕੇ ਕਮਰ ਕੱਸਾ ਲਾ ਕੇ ਸ਼ਸਤਰ ਧਾਰ ਕੇ ਉਸ ਬਿਰਾਜਮਾਨ ਹੋਏ ਤਖਤ ਤੇ ਬੈਠ ਗਏ। ਜਿਨ ਦਰਸ਼ਨ ਸੁਖ ਖਾਨ, ਜਿਨ੍ਹਾਂ ਦੇ ਦਰਸ਼ਨ ਸੁੱਖਾਂ ਦੀ ਖਾਨ ਨੇ। ਜਿਵੇਂ ਦੁੱਖ ਸੁੱਖ ਵਾਹਿਗੁਰੂ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸੁੱਖ ਮੁੱਕਦੇ ਹੀ ਨਹੀਂ ਹੈ। ਦਰਸ਼ਨ ਕੀਤਿਆਂ ਸੁੱਖ ਹੀ ਸੁੱਖ ਪ੍ਰਾਪਤ ਹੁੰਦੇ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ। ਚਉਪਈ ਆਦ ਗੁਰ ਬਖਸ਼ ਮਸੰਦ ਬਿਲੰਦ, ਇਹਨੇ ਨੂੰ ਜਿੰਨੇ ਵੀ ਭਾਈ ਗੁਰਬਖਸ਼ ਜੀ ਨੂੰ ਪੰਜੋਖਰੇ ਮਹਾਰਾਜ ਛੱਡ ਕੇ ਆਏ ਸਨ, ਹੋਰ ਵੀ ਮਸੰਦ ਸਿੱਖ ਸੇਵਕ ਗੁਰਾਂ ਦੇ ਹਜੂਰ ਆਏ ਨੇ। ਹਰਪੁਰ ਕੇ ਸਿੱਖ ਸੇਵਕ ਬ੍ਰਿੰਦ, ਫਿਰ ਦਿੱਲੀਪੁਰ ਦੇ ਜਿੰਨੇ ਵੀ ਸਿੱਖ ਸੇਵਕ ਹਨ, ਬਹੁਤੀ ਗਿਣਤੀ ਦੇ ਵਿੱਚ ਸਤਿਗੁਰਾਂ ਕੋਲ ਆ ਗਏ। ਸਭ ਮਿਲ ਕਰ ਦਰਸ਼ਨ ਕਉ ਆਏ, ਸਾਰੇ ਮਿਲ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਪਹੁੰਚੇ ਹਨ। ਕਰ ਜੋਰੇ ਬਖਸ਼ੀਸ ਨਿਵਾਏ, ਹੱਥ ਜੋੜਦੇ ਨੇ ਤੇ ਮਹਾਰਾਜ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ ਸਿਰ ਨਵਾ ਕੇ। ਦਰਸ਼ਨ ਪਰ ਹੋਵਤ ਬਲਹਾਰੀ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਕੇ ਸਿੱਖ ਬਲਹਾਰ ਕੁਰਬਾਨ ਸਦਕੇ ਹੁੰਦੇ ਹਨ। ਔਰ ਸ਼ਰਧਾ ਧਰ ਕਰ ਨਰ ਨਾਰੀ, ਕੋਈ ਨਾਰ ਹੈ, ਕੋਈ ਨਾਰੀ ਹੈ, ਪੁਰਖ ਇਸਤਰੀਆਂ ਬੱਚੇ ਬਜ਼ੁਰਗ, ਜਿਹੜਾ ਵੀ ਸਤਿਗੁਰਾਂ ਦੇ ਦਰ ਤੇ ਸ਼ਰਧਾ ਰੱਖ ਕੇ ਆਉਂਦਾ ਹੈ। ਬਾਦ ਆਰ ਬਲ ਮਾਦਰ ਮੂਰਤ, ਤੇ ਕੀ ਕਹਿੰਦੇ ਨੇ ਆਪਸ ਵਿੱਚ ਵੇਖੋ ਵੀ ਭਾਵੇਂ ਉਮਰ ਮਹਾਰਾਜ ਸਾਹਿਬ ਦੀ ਬਾਲਕਾਂ ਵਾਲੀ ਹੈ, ਮਾਦਰ ਛੋਟੀ ਮੂਰਤੀ ਹੈ, ਜਾਂ ਮਾਦਰ ਬਹੁਤ ਹੀ ਮਿੱਠਾ ਸਰੂਪ ਹੈ ਸਤਿਗੁਰਾਂ ਦਾ। ਦੇਵਤ ਬਭੂਖਨ ਸੁੰਦਰ ਸੂਰਤ, ਤੇ ਬੜਾ ਸੁੰਦਰ ਸੂਰਤ, ਸੁੰਦਰ ਚਿਹਰਾ ਮਹਾਰਾਜ ਸਾਹਿਬ ਦਾ ਦਗਦਗ ਕਰਦਾ ਪਿਆ ਏ। ਸੋਹਣੇ ਗਹਿਣੇ ਪਹਿਨੇ ਫੱਬ ਰਹੇ ਨੇ। ਚਪਲ ਬਿਲੋਚਨ ਬੋਲਤ ਬਾਤੀ, ਤੇ ਪਾਤਸ਼ਾਹ ਜੀ ਦੇ ਨੇਤਰ ਬੜੇ ਚੰਚਲ ਹਨ, ਬੜੇ ਪਿਆਰ ਦੇ ਉਪਦੇਸ਼ ਦੇ ਬਚਨ ਮੁਖ ਤੋਂ ਸੰਗਤਾਂ ਦੇ ਤਾਈਂ ਬੋਲ ਰਹੇ ਨੇ। ਦੰਤ ਪੰਕਤੀ ਹੀਰਨ ਕ੍ਰਾਂਤੀ, ਤੇ ਜਦੋਂ ਮੁਸਕਰਾਉਂਦੇ ਨੇ, ਜੋ ਦੰਦਾਂ ਦੀ ਸਾਧ ਸੰਗਤ ਪੰਕਤੀ ਆ, ਜੋ ਦੰਦਾਂ ਦੀਆਂ ਕਤਾਰਾਂ ਨੇ ਦੋਵੇਂ ਹੇਠਾਂ ਉੱਪਰ ਵਾਲੀਆਂ, ਐਵੇਂ ਸ਼ੋਭਦੀਆਂ ਹਨ ਮਾਨੋ ਹੀਰੇ ਹੀ ਜੜੇ ਹੋਣ। ਜਿਸ ਦਿਸ਼ ਦੇਖਤ ਦ੍ਰਿਗਨ ਚਲਾਏ, ਜਿਹੜੇ ਪਾਸੇ ਵੀ ਮਹਾਰਾਜ ਆਪਣੇ ਨੇਤਰਾਂ ਨੂੰ ਫੇਰ ਕੇ ਬਾਲਾ ਪ੍ਰੀਤਮ ਜੀ ਵੇਖਦੇ ਸਿੱਖ ਸੇਵਕਾਂ ਵੱਲ। ਰੋਜਹਾਰ ਜਨ ਅੰਮ੍ਰਿਤ ਵਰਖਾਏ, ਕਹਿੰਦੇ ਵੀ ਇਦਾਂ ਲੱਗਦਾ ਹੈ ਵੀ ਮਹਾਰਾਜ ਮਾਨੋ ਅੰਮ੍ਰਿਤ ਦੀ ਵਰਖਾ ਹੀ ਕਰ ਰਹੇ ਨੇ, ਜਿਹਦੇ ਨਾਲ ਸਿੱਖ ਸੇਵਕਾਂ ਦੇ ਰੋਗ ਹੀ ਨਾਸ ਹੁੰਦੇ ਜਾ ਰਹੇ ਹਨ। ਧੰਨ ਗੁਰੂ ਗੁਰ ਧਾਨੇ ਉਚਾਰੈ, ਆ ਮੁਖੋਂ ਕਹਿੰਦੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ, ਧੰਨ ਹੋ ਬਾਲਾ ਪ੍ਰੀਤਮ ਸਤਿਗੁਰੂ। ਸੁਖਦ ਸੁਸ਼ੀਲ ਸਿੱਖ ਹਿਤਕਾਰ, ਸੁਖਦ ਸੁਖਦਾਈ ਨੇ ਤੁਹਾਡੇ ਦਰਸ਼ਨ। ਸੁਸ਼ੀਲ ਉਹ ਬੜਾ ਸਰਲ ਅਤੇ ਚੰਗੇ ਜੀਵਨ ਵਾਲਾ ਸੁਭਾਅ ਹੈ ਤੁਹਾਡਾ, ਚੰਗਾ ਆਚਰਣ ਹੈ, ਸਿੱਖ ਹਿਤਕਾਰ ਹੈ। ਤੇ ਸਿੱਖਾਂ ਦੇ ਹਿਤੂ ਆਪਣੇ ਸਿੱਖਾਂ ਦਾ ਹਿੱਤ ਸੋਚਦੇ ਹੋ। ਇਸ ਛਿਨ ਮੈਂ ਗੁਰ ਬਖਸ਼ ਮਸੰਦ, ਇਸ ਤਰ੍ਹਾਂ ਜਦੋਂ ਸੰਗਤ ਦਰਸ਼ਨ ਕਰਕੇ ਨਿਹਾਲ ਹੋ ਰਹੀ ਸੀ, ਉਸੇ ਵੇਲੇ ਜੋ ਭਾਈ ਗੁਰਬਖਸ਼ ਮਸੰਦ ਹੈ ਉਹ ਉਸ ਸਮੇਂ ਕਹਿਣ ਲੱਗਾ, ਬੋਲਿਓ ਬਾਕ ਹਾਥ ਜੁਗ ਬੰਦ, ਦੋਵੇਂ ਹੱਥ ਜੋੜ ਕੇ ਕਹਿੰਦਾ, ਹੈ ਸੱਚੇ ਪਾਤਸ਼ਾਹ ਜੀਓ। ਪੁਰ ਮੈਂ ਬਿਦਤ ਬਿਲੰਦ ਬਿਰਤਾਂਤ, ਕਹਿਣ ਲੱਗਾ ਸਾਰੀ ਦਿੱਲੀ ਦੇ ਵਿੱਚ ਇੱਕ ਗੱਲ, ਇੱਕ ਬ੍ਰਿਤਾਂਤ ਬੜਾ ਹੀ ਪ੍ਰਗਟ ਹੈ। ਘਰ ਘਰ ਵਿੱਚ ਸਿੱਖ ਗੱਲਾਂ ਕਰ ਰਹੇ ਨੇ ਰਾਮ ਰਾਏ ਸੰਬੰਧੀ। ਮਿਲ ਮਿਲ ਕਰਤ ਪਰਸ ਪਰਬਾਤ, ਆਪਸ ਵਿੱਚ ਮਿਲ ਮਿਲ ਕਰਕੇ ਪਰਸ ਪਰਸ ਇੱਕ ਦੂਜੇ ਨਾਲ ਬਾਤਾਂ ਕਰਦੇ ਹਨ। ਨੌਰੰਗ ਸ਼ਾਹ ਸਭਾ ਮਹਿ ਕੱਲੀ, ਇਹ ਦੱਸ ਰਿਹਾ 8ਵੇਂ ਪਾਤਸ਼ਾਹ ਨੂੰ ਗੁਰਸਿੱਖ ਮਸੰਦ ਗੁਰਬਖਸ਼ ਕਹਿੰਦਾ, ਮਹਾਰਾਜ ਕੱਲ ਦੀ ਹੀ ਹਾਲਾਂ ਗੱਲ ਹੈ। ਕਹਿੰਦੇ ਔਰੰਗਜ਼ੇਬ ਦੀ ਸਭਾ ਦੇ ਵਿੱਚ ਜ਼ਿਕਰ ਆਪ ਕੋ ਭਇਓ ਬਿਸਾਲੇ, ਤੇ ਪਾਤਸ਼ਾਹ ਜੀ ਉਹ ਆਪ ਜੀ ਦੇ ਬਹੁਤ ਹੀ ਉਲਟ ਗੱਲ ਹੋਈ। ਜ਼ਿਕਰ ਆਪ ਕੋ ਭਇਓ ਬਿਸਾਲੀ, ਆਪ ਦਾ ਮਹਾਰਾਜ ਬਹੁਤ ਜ਼ਿਕਰ ਹੋਇਆ।
ਤੁਹਾਡੀ ਮਹਿਮਾ ਤੁਹਾਡੀ ਵਡਿਆਈ ਦੇ ਬਹੁਤ ਸਭਾ ਵਿੱਚ ਬਚਨ ਹੋਏ ਕੱਲ। ਵੱਡੋ ਭਰਾਤ ਤੁਮਰੋ ਤਹਿ ਗਇਓ। ਤੇ ਜਦੋਂ ਤੁਹਾਡੀ ਵਡਿਆਈ ਕਰ ਰਹੇ ਸਨ ਕੁਝ ਬਾਦਸ਼ਾਹ ਦੇ ਸੰਗੀ, ਤਾਂ ਉਸ ਵੇਲੇ ਤੁਹਾਡਾ ਵੱਡਾ ਭਰਾ ਰਾਮ ਰਾਏ ਵੀ ਸਭਾ ਵਿੱਚ ਚਲਾ ਗਿਆ। ਤਿਨ ਵੀ ਕਹਿਨ ਸੁਨਨ ਬਹੁ ਕੀਓ। ਤੇ ਉਹਨੇ ਵੀ ਫਿਰ ਕਹਿੰਦੇ ਬੜਾ ਕਹਿਆ ਸੁਣਿਆ ਹੈ। ਉਹਨੇ ਵੀ ਕੁਝ ਮਾੜਾ ਚੰਗਾ ਮਹਾਰਾਜ ਜੀ ਈਰਖਾ ਦੀ ਅੱਗ ਵਿੱਚ ਕਿਹਾ ਏ। ਉਤੋ ਬੀਚ ਤਹਿ ਜੈ ਪੁਰਨਾਥ। ਤੇ ਉਸੇ ਸਭਾ ਦੇ ਵਿੱਚ ਜਿੱਥੇ ਰਾਮ ਰਾਏ ਨੇ ਕੁਝ ਮਾੜਾ ਚੰਗਾ ਕਿਹਾ ਹੈ ਤੁਹਾਡੇ ਬਾਰੇ, ਉਹ ਗੱਲ ਆਪਾਂ ਨੂੰ ਜਾਣਨੀ ਚਾਹੀਦੀ, ਕਿਉਂਕਿ ਇਹ ਜਿਹੜਾ ਰਾਜਾ ਮਿਰਜ਼ਾ ਜੈ ਸਿੰਘ ਹੈ ਅੰਬਰਪੁਰ ਦਾ ਰਾਜਾ, ਇਹ ਵੀ ਬਾਦਸ਼ਾਹ ਦੀ ਸਭਾ ਦੇ ਵਿੱਚ ਹੀ ਬੈਠਾ ਹੋਇਆ ਸੀ ਉਸ ਸਮੇਂ। ਸੁਣੀ ਹੋਏਗੀ ਸਗਲੀ ਗਾਤ। ਇਹਨੇ ਜ਼ਰੂਰ ਮਹਾਰਾਜ ਸਾਰੀ ਹੀ ਗੱਲ ਸੁਣੀ ਹੋਊ ਵੀ ਕੱਲ ਬਾਦਸ਼ਾਹ ਦੀ ਕਚਹਿਰੀ 'ਚ ਕੀ ਗੱਲ ਚੱਲੀ ਤੇ ਰਾਮ ਰਾਏ ਨੇ ਕੀ ਕਿਹਾ ਸੁਣਿਆ। ਜਥਾ ਜੋਗ ਸੋ ਕਹੈ ਸੁਨਾਏ। ਜਿਹੜੀ ਜੋਗ ਗੱਲ ਹੈ, ਸਹੀ ਸਹੀ ਗੱਲ ਹੋਈ ਆ, ਉਹ ਤੁਹਾਨੂੰ ਮਹਾਰਾਜ ਜੈ ਸਿੰਘ ਰਾਜਾ ਕਹਿ ਕੇ ਦੱਸ ਸਕਦਾ ਏ। ਸੁਣੀ ਸੁਨਾਈ ਕਹੀਐ ਕਾਏ। ਬਾਕੀ ਲੋਕ ਤਾਂ ਬੜਾ ਕੁਝ ਕਹਿ ਰਹੇ ਨੇ ਦਿੱਲੀ ਦੇ ਵਿੱਚ, ਆਪਾਂ ਸੁਣੀ ਸੁਣਾਈ ਵਾ ਗੱਲ ਦੇ ਉੱਤੇ ਕਾਹਤੋਂ ਵਿਸ਼ਵਾਸ ਕਰਨਾ। ਆਪਾਂ ਤਾਂ ਰਾਜੇ ਕੋਲ ਹੀ ਪੁੱਛ ਲਈਏ ਵੀ ਕੀ ਗੱਲ ਹੋਈ ਆ ਬਾਦਸ਼ਾਹ ਦੀ ਕਚਹਿਰੀ 'ਚ। ਏਵ ਵਾਰਤਾਲਾਪ ਕਰਨ ਤੇ। ਵੀ ਕਿਸ ਤਰ੍ਹਾਂ ਇਹ ਵਾਰਤਾਲਾਪ ਕਰਨ ਤੇ, ਵੀ ਇਦਾਂ ਜੋ ਲੋਕ ਗੱਲਾਂ ਕਰ ਰਹੇ ਹਨ। ਬੋਲੇ ਸਤਿਗੁਰੂ ਧੀਰਜਵੰਤੇ। ਤੇ ਜਦੋਂ ਸਾਧ ਸੰਗਤ ਜੀ ਗੁਰਬਖਸ਼ ਮਸੰਦ ਨੇ ਸਤਿਗੁਰਾਂ ਨੂੰ ਕਿਹਾ ਵੀ ਲੋਕ ਤਾਂ ਬੜਾ ਕੁਝ ਮਹਾਰਾਜ ਕਹੀ ਜਾ ਰਹੇ ਨੇ, ਪਰ ਆਪਾਂ ਜੈ ਸਿੰਘ ਦੇ ਕੋਲੋਂ ਗੱਲ ਪੱਕੀ ਕਰੀਏ ਵੀ ਕੀ ਵਾਰਤਾ ਹੋਈ ਆ, ਤਾਂ ਸੁਣ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ, ਜਿਮ ਭਾਣਾ ਪਰਮੇਸ਼ਰ ਕੇਰਾ। ਸਤਿਗੁਰੂ ਤਾਂ ਅੰਤਰਜਾਮੀ ਨੇ, ਹੁਣ ਦੂਜਿਆਂ ਨੂੰ ਤਾਂ ਗੱਲ ਪ੍ਰਗਟ ਕਰਨੀ ਹੈ ਪਰ ਆਪ ਤਾਂ ਜਾਣਦੇ ਆ। ਬਾਦਸ਼ਾਹ ਕਹਿਣ ਲੱਗੇ ਵੀ ਕੀ ਕਰਨਾ ਹੈ, ਆਪਾਂ ਪੁੱਛ ਕੇ ਉਹ ਦੇਖੋ, ਜਿਵੇਂ ਪਰਮੇਸ਼ਰ ਕਰਤਾਰ ਦਾ ਭਾਣਾ, ਜਿਵੇਂ ਰੱਬ ਦੀ ਮਰਜ਼ੀ ਹੋਏ ਅਵਸ਼ ਫਿਰੇ ਨਹਿ ਫੇਰਾ। ਉਹ ਤਾਂ ਅਵਸ਼ ਹੋ ਕੇ ਹੀ ਰਹੂਗੀ। ਰੱਬ ਦੀ ਮਰਜ਼ੀ ਨੂੰ ਕੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਫੇਰਾ ਨਹੀਂ ਪਾ ਸਕਦਾ, ਮੋੜ ਨਹੀਂ ਸਕਦਾ। ਕਿਸ ਕੀ ਸਿਆਣਪ ਚਲ ਹੈ ਨਾਹੀ। ਕਿੰਨਾ ਵੱਡਾ ਕੋਈ ਸਿਆਣਾ ਹੋਵੇ, ਕਿਸੇ ਦੀ ਸਿਆਣਪ ਰੱਬ ਅੱਗੇ ਨਹੀਂ ਚੱਲਦੀ। ਮਾਲਕ ਨੇ ਜੋ ਹੁਕਮ ਕਰਤਾ ਉਹ ਮੁੜੇਗਾ ਨਹੀਂ, ਉਹ ਹੋ ਕੇ ਰਹੇਗਾ। ਪਤਹਿ ਸਿਆਣੇ ਬੁੱਧ ਬਲ ਮਾਹੀ। ਹਾਂ, ਵੱਡੇ ਵੱਡੇ ਸਿਆਣੇ ਆਪਣੀ ਸਿਆਣਪ ਆਪਣੀ ਬੁੱਧੀ ਦੇ ਬਲ ਨੂੰ ਲਾ ਲਾ ਕੇ ਪਚਦੇ ਦੁਖੀ ਹੁੰਦੇ ਹਨ। ਅੰਗੀਕਾਰ ਸਭਨ ਕਹੋ ਸੋਈ। ਇਸ ਕਰਕੇ ਅੰਗੀਕਾਰ ਤਾਂ ਸਾਰਿਆਂ ਨੂੰ ਉਹੀ ਗੱਲ ਕਰਨੀ ਪੈਂਦੀ ਹੈ, ਫਿਰ ਅਖੀਰ ਮੰਨਣਾ ਤੇ ਉਹੀ ਪੈਂਦਾ ਹੈ ਜ਼ੋਰ ਲਾਉਣ ਤੋਂ ਬਾਅਦ ਵੀ। ਜਿਮ ਰਜਾਈ ਈਸ਼ਵਰ ਕੀ ਹੋਈ। ਜਿਸ ਤਰ੍ਹਾਂ ਈਸ਼ਵਰ ਮਾਲਕ ਦੀ ਰਜਾ ਹੁੰਦੀ ਹੈ, ਜ਼ੋਰ ਤਾਂ ਲਾ ਲੈਂਦੇ ਬੰਦੇ, ਸਿਆਣਪਾਂ ਵਰਤਦੇ ਆ, ਬੁੱਧੀ ਦਾ ਬਲ, ਬੜਾ ਦੁਖੀ ਹੁੰਦੇ, ਪਚਦੇ ਸੜਦੇ ਆ, ਪਰ ਅਖੀਰ 8ਵੇਂ ਪਾਤਸ਼ਾਹ ਕਹਿੰਦੇ ਗੱਲ ਤਾਂ ਫਿਰ ਉਹ ਮੰਨ ਹੀ ਲੈਣੀ ਪੈਂਦੀ। ਫਿਰ ਕਹਿੰਦੇ ਹੀ ਆ ਜੀ ਭਾਣਾ ਹੈ ਜੀ, ਕੌਣ ਮੋੜ ਸਕਦਾ। ਅਖੀਰ ਨੂੰ ਤਾਂ ਮਾਲਕ ਦਾ ਹੁਕਮ ਹੀ ਅੰਗੀਕਾਰ ਕਰਨਾ ਪੈਂਦਾ ਸਭ ਕਿਸੇ ਨੂੰ। ਸਹਿਜ ਸੁਭਾਇਕ ਹੋਏ ਸੋ ਹੋਏ। ਇਸ ਕਰਕੇ ਸਹਿਜ ਸੁਭਾਅ ਜੋ ਹੋਵੇਗੀ ਸੋ ਹੋਈ ਜਾਵੇ, ਆਪਾਂ ਨੂੰ ਫਿਕਰ ਕੀ ਕਰਨਾ ਚਾਹੀਦਾ। ਹਰਖਾਂ ਹੇਰ ਭਗਤ ਜਨ ਜੋਏ। ਜਿਹੜੇ ਰੱਬ ਦੇ ਭਗਤ ਨੇ ਉਹ ਤਾਂ ਸਹਿਜ ਸੁਭਾਅ ਮਾਲਕ ਦੇ ਹੁਕਮ ਜੋ ਹੋਈ ਜਾਵੇ ਉਹਨੂੰ ਵੇਖ ਕੇ ਖੁਸ਼ ਹੁੰਦੇ, ਰੱਬ ਦਾ ਸ਼ੁਕਰਾਨਾ ਕਰਦੇ ਹੁੰਦੇ ਹਨ। ਬੇਮੁਖ ਦੋਸ਼ ਅਰੂਪੈ ਹਰ ਮੈਂ। ਇਹ ਤਾਂ ਬੇਮੁਖ ਮਨਮੁਖਾਂ ਦੇ ਕੰਮ ਨੇ ਵੀ ਜਿਹੜਾ ਹਰੀ ਦੇ ਵਿੱਚ ਦੋਸ਼ ਆਰੋਪਦੇ ਨੇ। ਕੋਈ ਆਣ ਬਣੇ ਤਾਂ ਰੱਬ ਨੂੰ ਉਲਾਮੇ ਦਿੰਦੇ, ਮਨਮੁਖਾਂ ਦੇ ਕੰਮ ਹਨ। ਲਖੇ ਆਪ ਕੋ ਆਛੋ ਉਰ ਮੈਂ। ਆਪਣੇ ਆਪ ਨੂੰ ਜਿਹੜੇ ਬੇਮੁਖ ਮਨਮੁਖ ਪੁਰਖ ਚੰਗਾ ਸਮਝਦੇ ਨੇ, ਸਿਆਣਾ ਮੰਨਦੇ ਹਨ ਰੱਬ ਨਾਲੋਂ ਵੀ। ਜੋ ਪਰ ਲੋਕ ਸੁਧਾਰਿਓ ਚਾਹਤ। ਪਰ ਜਿਹੜਾ ਵੀ 8ਵੇਂ ਪਾਤਸ਼ਾਹ ਕਹਿੰਦੇ ਹੈ ਭਾਈ ਗੁਰਬਖਸ਼ ਆਪਣਾ ਪਰਲੋਕ ਆਪਣਾ ਜੀਵਨ ਸੁਧਾਰਿਆ ਚਾਹੁੰਦਾ ਹੈ, ਭਾਣੋ ਮਾਨ ਪ੍ਰਸੰਨਿਓ ਮਾਹਤ। ਉਹ ਭਾਣੇ ਨੂੰ ਮੰਨ ਕੇ ਤੇ ਸਦਾ ਪ੍ਰਸੰਨ ਸਦਾ ਉਮਾ ਦੇ ਨਾਲ ਵਾਹਿਗੁਰੂ ਦੀ ਆਗਿਆ 'ਚ ਰਜਾ 'ਚ ਰਾਜੀ ਰਹਿੰਦਾ ਏ। ਸਤਨਾਮ ਕੋ ਸਿਮਰਹਿ ਸਦਾ। ਤੇ ਸਦਾ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਤਨ ਹੰਤਾ ਕਉ ਤਿਆਗਹਿ ਤਦਾ। ਤੇ ਸਿਮਰਨ ਕਰਦੇ ਆ ਫਿਰ ਤਦੋਂ ਨਾਲ ਹੀ ਤਨ ਸਰੀਰ ਦੀ ਹੰਗਤਾ ਵੀ ਤਿਆਗ ਦਿੰਦੇ ਨੇ ਵੀ
ਆ ਦੇਹ ਦਾ ਹੰਕਾਰ ਕਾਹਤੋਂ ਚੁੱਕੀ ਫਿਰਨਾ ਹੈ, ਸਿਮਰਨ ਕਰਦਿਆਂ ਸੋਝੀ ਆ ਜਾਂਦੀ ਏ। ਕੇਤਕ ਦਿਨੇ ਸਲੋਕ ਮਝਾਰਾ, ਆ ਉਹਨਾਂ ਨੂੰ ਸਮਝ ਆ ਵੀ ਕਿੰਨੇ ਕੁ ਦਿਨ ਆਪਾਂ ਸੰਸਾਰ 'ਚ ਬੈਠੇ ਰਹਿਣਾ ਹੈ। ਪੁੰਨ ਪਹੁੰਚਤ ਹਰ ਪ੍ਰਭ ਕੇ ਦੁਆਰਾ, ਇੱਕ ਦਿਨ ਆਉਣਾ ਹੀ ਆ ਜਦੋਂ ਰੱਬ ਦੇ ਦਰਬਾਰ ਵਿੱਚ ਜਾ ਕੇ ਪਹੁੰਚਣਾ, ਹਾਜ਼ਰ ਹੋਣਾ ਪੈਂਦਾ ਏ। ਪਰਮਾਰਥ ਕਉ ਸਦਾ ਸੰਭਾਰਤ, ਪਰਮਾਰਥ ਕੋ ਸਦਾ ਸੰਭਾਰਤ। ਇਸ ਕਰਕੇ ਉਹ ਗੁਰਮੁਖ ਰੱਬ ਦੇ ਭਾਣੇ ਵਿੱਚ ਰਹਿੰਦੇ ਤੇ ਪਰਮਾਰਥ ਪਰਮ ਅਰਥ ਆਪਣਾ ਅਗਲਾ ਪਰਲੋਕ ਨੂੰ ਸੁਧਾਰਨ ਦਾ ਜਿਹੜਾ ਯਤਨ ਕਰਦੇ ਹਨ। ਇਸ ਜਗ ਲਾਗ ਜਨਮ ਨਹਿ ਹਾਰਤ, ਇਸੇ ਕਰਕੇ ਇਸ ਜਗਤ ਦੇ ਵਿੱਚ ਲੱਗ ਕੇ ਉਹ ਆਪਣਾ ਜਨਮ ਹਾਰ ਕੇ ਗਵਾ ਕੇ ਨਹੀਂ ਜਾਂਦੇ। ਸਤਿਗੁਰ ਅੰਗ ਸੰਗ ਤਿਸ ਰਹੈ, ਤੇ ਜਿਹੜੇ ਇਸ ਤਰ੍ਹਾਂ ਭਾਣੇ 'ਚ ਰਜਾ 'ਚ ਰਾਜੀ ਰਹਿੰਦੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਸਤਿਗੁਰੂ ਵੀ ਉਹਨਾਂ ਦੇ ਫਿਰ ਅੰਗ ਸੰਗ ਰਹਿੰਦੇ ਹਨ, ਮਦਦਗਾਰ ਰਹਿੰਦੇ ਨੇ। ਤਿਮ ਸੋ ਭਵ ਸਾਗਰ ਤਟ ਲਹੈ, ਤੇ ਉਹ ਇਸ ਤਰ੍ਹਾਂ ਗੁਰਾਂ ਦੇ ਅੰਗ ਸੰਗ ਹੋਣ ਕਰਕੇ ਸੰਸਾਰ ਸਮੁੰਦਰ ਦਾ ਕਿਨਾਰਾ ਲੈ ਲੈਂਦਾ ਹੈ, ਭਾਵ ਕਿ ਜਗਤ ਵਿੱਚ ਗਰਕ ਹੋਣ ਤੋਂ, ਡੁੱਬਣ ਤੋਂ, ਟੇਢੀਆਂ ਜੂਨਾਂ ਤੋਂ, ਨਰਕਾਂ ਤੋਂ ਬਚ ਜਾਂਦੇ ਨੇ। ਚਤੁਰ ਘਟੀ ਬੀਤੀ ਇਸ ਭਾਂਤ, ਇਸ ਤਰ੍ਹਾਂ ਭਜਨ ਬਲਾਸ ਕਰਦੇ ਆ। 4 ਘੜੀਆਂ ਦਾ ਸਮਾਂ ਸੰਗਤ ਜੀ ਬਤੀਤ ਹੋ ਗਿਆ ਗੁਰਾਂ ਨੂੰ। ਗੁਰ ਉਪਦੇਸ਼ਨ ਕੀ ਕਹਿ ਬਾਤ, ਮਹਾਰਾਜ ਉਪਦੇਸ਼ ਦੀ ਹੀ ਗੱਲ ਕਹਿ ਰਹੇ ਨੇ, ਸਤਿਗੁਰੂ ਇਹੀ ਕਹਿ ਰਹੇ ਨੇ ਵੀ ਰੱਬ ਦੀ ਰਜਾ ਵਿੱਚ ਹੀ ਰਾਜੀ ਰਹੋ। ਇਤਨੇ ਮਹਿੰਗੇ ਸਿੰਘ ਸਵਾਈ, ਇਹਨੇ ਨੂੰ ਰਾਜਾ ਮਿਰਜ਼ਾ ਜੈ ਸਿੰਘ ਵੀ ਦਰਸ਼ਨ ਕਰਨ ਲਈ ਆ ਗਿਆ, ਕਿਉਂਕਿ ਕਚਹਿਰੀ ਬਾਦਸ਼ਾਹ ਦੀ ਜਾਣ ਤੋਂ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਜ਼ਰੂਰ ਕਰਦਾ ਸੀ। ਆਏ ਨਿਕਟ ਨਿਜ ਗਰੀਬ ਨਿਵਾਈ, ਗੁਰਾਂ ਦੇ ਨੇੜੇ ਆ ਕੇ ਧੌਣ ਨੀਵੀਂ ਕਰਕੇ ਮੱਥਾ ਟੇਕਿਆ ਜੈ ਸਿੰਘ ਨੇ। ਬੈਠਿਓ ਸਤਿਗੁਰ ਕੇਰ ਸਮੀਪ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਕੋਲ ਚਰਨਾਂ 'ਚ ਬੈਠ ਗਿਆ। ਸਭਨ ਬਲੋਕਿਓ ਮਹਾ ਮਹੀਪ, ਤੇ ਸਾਰਿਆਂ ਨੇ, ਕਿਉਂਕਿ ਗੱਲ ਹੀ ਰਾਜੇ ਦੀ ਚੱਲ ਰਹੀ ਸੀ, ਰਾਜੇ ਦਾ ਹੀ ਜ਼ਿਕਰ ਕਰ ਰਹੇ ਸਨ। ਰਾਜੇ ਵੱਡੇ ਨੂੰ ਆਇਆ ਵੇਖਿਆ ਜਦੋਂ, ਤਬ ਗੁਰ ਬਖਸ਼ ਹਾਥ ਕੋ ਜੋਰ, ਤੇ ਗੁਰਬਖਸ਼ ਮਸੰਦ ਨੇ ਆਪਣੀ ਵੱਲੋਂ ਹੀ ਹੱਥ ਜੋੜ ਕੇ ਉਸ ਵੇਲੇ ਕਹਿ ਦਿੱਤਾ ਰਾਜੇ ਦੇ ਤਾਈ, ਬੋਲਿਓ ਅਵਲੋਕਤ ਨਿਰਪਿਓਰ। ਜੈ ਸਿੰਘ ਮਿਰਜੇ ਵੱਲ ਵੇਖ ਕੇ ਗੁਰਬਖਸ਼ ਮਸੰਦ ਕਹਿਣ ਲੱਗਾ, ਹੇ ਰਾਜਨ, ਪ੍ਰਿਥੀਨਾਥ ਜੀ ਸ਼ਾਹੋ ਸਭਾ ਕੀ, ਇਹ ਪ੍ਰਿਥੀ ਧਰਤੀ ਦੇ ਬਸੰਬਰਪੁਰੀ ਦੇ ਮਾਲਕ ਜੀ, ਜੋ ਕੱਲ ਔਰੰਗਜ਼ੇਬ ਦੀ ਸਭਾ ਦੇ ਵਿੱਚ ਹੋਈ ਹੈ ਗੱਲ, ਕਹੋ ਵਾਰਤਾ ਸੁਨੀ ਤਹਾਂ ਕੀ, ਦੱਸੋ ਤੁਸੀਂ ਉੱਥੇ ਕੱਲ ਕੀ ਸੁਣਿਆ ਸੁਣਾਇਆ ਹੈ, ਉਹ ਸਾਰਾ ਪ੍ਰਸੰਗ ਕਹਿ ਦੇਣਾ ਕਰੋ। ਕਿਮ ਪ੍ਰਸੰਗ ਹੋਇਓ ਗੁਰ ਕੇਰਾ, ਗੁਰੂ ਸਾਹਿਬ ਦਾ ਜ਼ਿਕਰ ਕਿਵੇਂ ਹੋਇਆ ਔਰੰਗਜ਼ੇਬ ਦੀ ਸਭਾ ਦੇ ਵਿੱਚ। ਜਦ ਬੈਠਿਓ ਗੁਰ ਆਨੰਦ ਬਡੇਰਾ, ਤੇ ਫਿਰ ਜਦੋਂ ਆ ਕੇ ਗੁਰੂ ਹਰਿ ਸਾਹਿਬ ਦਾ ਵੱਡਾ ਪੁੱਤਰ ਰਾਮ ਰਾਏ ਬੈਠ ਗਿਆ, ਉਦੋਂ ਕੀ ਗੱਲ ਹੋਈ ਫੇਰ। ਸਕਲ ਪੁਰੀ ਮੈਂ ਘਰ ਘਰ ਲਹਿਓ, ਕਿਉਂਕਿ ਸਾਰੇ ਸ਼ਹਿਰ ਦੇ ਵਿੱਚ ਘਰ ਘਰ ਦੇ ਵਿੱਚ ਇਹ ਗੱਲ ਪ੍ਰਗਟ ਹੀ ਹੈ, ਸਭ ਨੂੰ ਪਤਾ ਲੱਗ ਗਿਆ ਏ। ਕਿਨਹੂ ਕਿਨਹੂ ਕਿਮ ਕਹਿਓ, ਕੋਈ ਤਾਂ ਕਿਸੇ ਢੰਗ ਨਾਲ ਕਹਿ ਰਿਹਾ ਹੈ ਵੀ ਰਾਮ ਰਾਏ ਨੇ ਇਦਾਂ ਕਿਹਾ, ਕੋਈ ਕੁਝ ਕਹਿ ਰਿਹਾ ਹੈ। ਇਸ ਤਰ੍ਹਾਂ ਵੱਖੋ ਵੱਖੀ ਬਾਤਾਂ ਨੇ ਲੋਕਾਂ ਦੇ ਮੁਖ ਦੀਆਂ। ਜਥਾ ਜੋਗ ਸੁਨ ਬਾਕ ਤਿਹਾਰੇ, ਪਰ ਅਸੀਂ ਉਹਨਾਂ ਗੱਲਾਂ ਤੇ ਭਰੋਸਾ ਨਹੀਂ ਕਰਦੇ, ਕਿਉਂਕਿ ਤੁਸੀਂ ਸਭਾ ਵਿੱਚ ਸੀ ਰਾਜੇ ਦੇ। ਜਥਾ ਜੋਗ ਜਿਵੇਂ ਗੱਲ ਸਹੀ ਹੋਈ ਹੈ, ਤੁਹਾਡੇ ਉਹ ਬਚਨ ਸੁਣ ਕਰਕੇ ਤਬ ਹਮ ਨਿਸ਼ਚੋ ਕਰ ਉਰ ਧਾਰੇ, ਉਦੋਂ ਨਿਸ਼ਚਾ ਕਰਕੇ ਆਪਣੇ ਦਿਲ 'ਚ ਮੰਨ ਲਵਾਂਗੇ ਵੀ ਇਦਾਂ ਬਾਦਸ਼ਾਹ ਦੀ ਸਭਾ 'ਚ ਹੋਈ ਹੈ, ਰਾਮ ਰਾਏ ਨੇ ਆਹ ਕਿਹਾ। ਲੋਕ ਤਾਂ ਵੱਖੋ ਵੱਖ ਗੱਲਾਂ ਕਰ ਰਹੇ ਨੇ, ਮੰਨਣ ਦੇ ਵਿੱਚ ਨਹੀਂ ਆ ਰਹੀ ਕੋਈ, ਪਰ ਤੁਸੀਂ ਬਾਦਸ਼ਾਹ ਦੀ ਕਚਹਿਰੀ ਸੀ ਉਸ ਵੇਲੇ। ਹੇ ਰਾਜਾ ਜੈ ਸਿੰਘ ਜੀ, ਤੁਸੀਂ ਦੱਸਣਾ ਕਰੋ ਕੀ ਹੋਈ ਗੱਲ। ਸੁਨਿਓ ਸਭਾ ਮੈਂ ਰਾਵਰ ਸਭੈ, ਸੁਨਿਓ ਸਭਾ ਮੈਂ ਰਾਵਰ ਸਭੈ, ਕਿਉਂਕਿ ਸਭਾ ਦੇ ਵਿੱਚ ਤੁਸੀਂ ਸਾਰਾ ਕੁਝ ਹੀ ਬਚਨ ਬਲਾਸ ਸੁਣਿਆ, ਜਿਵੇਂ ਬਾਦਸ਼ਾਹ ਨੇ ਕਿਹਾ, ਜਿਵੇਂ ਰਾਮ ਰਾਏ ਨੇ ਕੁਝ ਕਿਹਾ ਸੁਣਿਆ। ਸਤਿਗੁਰ ਨਿਕਟ ਕਹੋ ਤਿਮ ਅਵੈ, ਤੇ ਜਿਵੇਂ ਤੁਸੀਂ ਗੱਲ ਸੁਣੀ ਆ, ਹੁਣ ਤੁਹਾਨੂੰ ਚਾਹੀਦਾ ਸਤਿਗੁਰਾਂ ਦੇ ਕੋਲ ਉਹ ਪ੍ਰਗਟ ਕਰ ਦਿਓ। ਸੁਮਿਤ ਰਾਉ ਲੈ ਧੀਰਗ ਸਵਾਸ, ਜਦੋਂ ਗੱਲ ਦਾ ਚੇਤਾ ਕਰਾਇਆ ਤਾਂ ਕਹਿੰਦੇ ਲੰਮਾ ਜਿਹਾ ਸਾਹ ਲਿਆ, ਇੱਕ ਵਾਰ ਹੌਕਾ ਜਿਹਾ ਭਰਿਆ ਜੈ ਸਿੰਘ ਨੇ, ਤੇ ਕਹਿਣ ਲੱਗਾ, ਸਿਰ ਧੁਨ ਕੀਨ ਸਬਾਕ ਪ੍ਰਕਾਸ਼, ਤੇ ਸਿਰ ਧੁਨ ਪਹਿਲਾਂ ਸਿਰ ਹਿਲਾਇਆ, ਸਿਰ ਮਾਰਿਆ, ਤੇ ਫਿਰ ਆਪਣੇ ਮੁਖੋਂ ਸਾਰੀ ਗੱਲ ਪ੍ਰਕਾਸ਼ ਪ੍ਰਗਟ ਹੀ ਕਰਕੇ ਦੱਸਣ ਲੱਗਾ ਹੈ। ਕਹੂੰ ਕਹਾ ਕੁਛ ਕਹੀ ਨਾ ਜਾਏ, ਕਹਿਣ ਲੱਗਾ, ਹੇ ਗੁਰਸਿੱਖ, ਹੇ ਮਹਾਰਾਜ ਜੀ, ਮੈਂ ਕੀ ਕਹਾਂ,
ਇਹੋ ਜੀ ਉਹ ਮਾੜੀ ਗੱਲ ਕੀਤੀ, ਮੇਰੇ ਕੋਲੋਂ ਇਸ ਜ਼ੁਬਾਨ ਨਾਲ ਕਹੀ ਨਹੀਂ ਜਾਂਦੀ। ਨਾਹਕ ਦ્વੈਸ਼ ਵਿਸ਼ੇਸ਼ ਉਪਾਏ, ਨਾਹਕ ਬਿਨਾ ਕਾਰਨ ਹੀ ਵਿਸ਼ੇਸ਼ ਕਰਕੇ RAM ਰਾਏ ਮਹਾਰਾਜ ਨਾਲ ਦ્વੈਸ਼ ਹੀ ਪੈਦਾ ਕਰ ਰਿਹਾ ਹੈ। ਮੈਂ ਟਿਕ ਸ਼ਾਹ ਅਪਰ ਉਮਰਾ, ਕਹਿੰਦੇ ਗੱਲ ਏਦਾਂ ਹੈ ਵੀ ਕੱਲ ਕਚਹਿਰੀ ਲੱਗੀ ਸੀ, ਮੈਂ ਵੀ ਬੈਠਾ ਸੀ, ਹੋਰ ਐਲਕਾਰ ਸੂਬੇ ਉਮਰਾਵ ਵੀ ਬਾਦਸ਼ਾਹ ਕੋਲ ਬੈਠੇ ਸਨ। ਕਰਤ ਸਰਾਹਨ ਇਨਹੁ ਸੁਭਾਵ, ਤੇ ਸਾਰੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸੁਭਾਵ ਦੀ ਵਡਿਆਈ ਕਰ ਰਹੇ ਸੀ ਵੀ 8ਵੇਂ ਪਾਤਸ਼ਾਹ ਬੜੇ ਹੀ ਕੋਮਲ ਚਿੱਤ ਨੇ, ਬੜਾ ਹੀ ਸਰਲ ਸੁਭਾਅ ਹੈ ਤੇ ਜਗਤ ਦੀ ਕਲਿਆਣ ਕਰਨ ਵਾਲੇ ਨੇ। RAM ਰਾਏ ਤਨੇ ਮਹਿ ਆਏ, ਇਹਨੇ ਨੂੰ ਰਾਜਾ ਜੈ ਸਿੰਘ ਕਹਿੰਦਾ ਜਦੋਂ ਸਿਫਤ ਕਰ ਰਹੇ ਸੀ ਤੇ RAM ਰਾਏ ਆ ਗਿਆ ਸਭਾ ਦੇ ਵਿੱਚ। ਸੁਣਤ ਸੋ ਜਸ ਗੁਰ ਔਰ ਬਿਸਮਾਏ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਸ ਹੁੰਦਾ ਕਚਹਿਰੀ 'ਚ ਸੁਣ ਕੇ ਬੜਾ ਹੈਰਾਨ ਪਰੇਸ਼ਾਨ ਹੋ ਗਿਆ। ਪੂਰਬ ਚਹਿਤ ਹੀਨਤਾ ਕਰੀ, ਤੇ ਕਹਿੰਦੇ ਵੀ ਪਹਿਲਾਂ ਮਹਾਰਾਜ ਸਾਹਿਬ ਦੀ ਪੂਰਬ ਚਹਿਤ ਹੀਨਤਾ ਕਰੀ, ਪਹਿਲਾਂ ਉਹ ਸਤਿਗੁਰਾਂ ਦੀ ਹੀਨਤਾ ਕਰਨੀ ਚਾਹੁੰਦਾ ਸੀ, ਭਈ ਵਡਾਈ ਜਾਏ ਨਾ ਜਰੀ। ਪਰ ਉਹ ਉਲਟਾ ਕੰਮ ਹੋ ਗਿਆ। RAM ਰਾਏ ਨੇ ਤੇ ਚਾਹਿਆ ਸੀ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆਉਣਗੇ ਤਾਂ ਉਹਨਾਂ ਦਾ ਜਸ ਨਾਸ ਹੋਵੇਗਾ, ਪਰ ਇੱਥੇ ਆਉਣ ਕਰਕੇ ਜੈ ਸਿੰਘ ਕਹਿੰਦਾ ਮਹਾਰਾਜ ਦੀ ਉਲਟੀ ਵਡਿਆਈ ਹੋ ਗਈ। ਸਤਿਗੁਰਾਂ ਦੀ ਮਹਿਮਾ ਬਾਦਸ਼ਾਹ ਦੀ ਕਚਹਿਰੀ 'ਚ ਕੱਲ ਹੋਣ ਲੱਗ ਪਈ। ਇਹੀ ਗੱਲ ਸੁਣ ਕੇ RAM ਰਾਏ ਕੋ ਜਰਿਆ ਨਾ ਗਿਆ। ਚਹਿਤ ਨਸ਼ਾਹੁ ਇਨਹਿ ਬੁਲਵਾਏ, ਰੰਗ ਜੇ ਬਾਦਸ਼ਾਹ ਤੇ ਨਹੀਂ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਉਣਾ ਚਾਹੁੰਦਾ। ਬਾਰ ਬਾਰ ਕਹਿ ਤਾਹੇ ਅਨਾਏ, ਇਹ ਵੀ ਪਹਿਲਾਂ ਵੇਖੋ RAM ਰਾਏ ਨੇ ਵਾਰ ਕਹਿ ਕੇ ਸਤਿਗੁਰਾਂ ਨੂੰ ਦਿੱਲੀ ਮੰਗਵਾਇਆ ਪਹਿਲਾਂ। ਆਵਤ ਪੁਨੈ ਦ્વੈਸ਼ ਕੋ ਠਾਨਾ, ਤੇ ਜੇ ਹੁਣ ਇਹ ਮਹਾਰਾਜ ਸਾਹਿਬ ਆਈ ਗਏ ਨੇ ਫੇਰ ਇਹਨਾਂ ਦੇ ਨਾਲ ਦ્વੈਸ਼ ਕਮਾਰਿਆ ਹੈ। ਬੈਠ ਸਭਾ ਮੈਂ ਬਾਕ ਬਖਾਨਾ, ਤੇ ਸਭਾ ਵਿੱਚ ਬੈਠ ਕੇ ਕੱਲ ਇਸ ਤਰ੍ਹਾਂ ਉਹਨੇ ਬਚਨ ਕੀਤਾ। ਆਜ ਸੀਤਲਾ ਕੋ ਸਿਸ ਆਹੈ, ਕਹਿਣ ਲੱਗੇ ਹੋ ਤੁਸੀਂ ਕੀ ਮੇਰੇ ਛੋਟੇ ਭਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਹੋਈ ਕਰੀ ਜਾਂਦੇ ਹੋ। ਉਹ ਤਾਂ ਸੀਤਲਾ ਦਾ ਖਾਜ ਹੈ, ਉਹਨੂੰ ਤਾਂ ਸੀਤਲਾ ਖਾ ਜਾਵੇਗੀ। ਸਿਸ ਹੈ ਬਾਲਕ ਹੀ ਹੈ, ਹਾਲਾਂ ਬੱਚਾ ਹੀ ਹੈ, ਤੇ ਬੱਚੇ ਬਾਲਕ ਉਮਰ ਦੇ ਵਿੱਚ ਹੀ ਸੀਤਲਾ ਮਾਰ ਦਵੇਗੀ। ਗੁਰਤਾ ਕਹਾਂ ਕਰ ਹੈ ਮ੍ਰਿਤ ਲਹੈ, ਤੇ ਕਹਿੰਦੇ ਵੀ ਗੁਰਤਾ ਕਹਾਂ ਕਰਹਿ ਮ੍ਰਿਤ ਲਹੈ, ਉਹਨੇ ਗੁਰਿਆਈ ਕੀ ਕਰਨੀ ਹੈ ਮੇਰੇ ਛੋਟੇ ਭਰਾ ਨੇ। ਉਹ ਤਾਂ ਮ੍ਰਿਤੂ ਨੂੰ ਪ੍ਰਾਪਤ ਹੋਵੇਗਾ, ਉਹਦੇ ਤਾਂ ਸਰੀਰ ਦਾ ਅੰਤ ਸੀਤਲਾ ਕਰਕੇ ਹੋ ਜਾਵੇਗਾ। ਇਤਿਆਦਕ ਬੋਲਿਓ ਦੁਖ ਪਾਏ, ਇਤਿਆਦਕ ਮਹਾਰਾਜ ਜੀ ਉਹ ਬੜਾ ਦੁਖੀ ਹੋ ਕੇ RAM ਰਾਏ ਬਚਨ ਬੋਲਿਆ। ਉਹਨੇ ਸਤਿਗੁਰਾਂ ਦੇ ਪ੍ਰਤੀ ਕਿਹਾ ਵੀ ਇਹ ਸੀਤਲਾ ਦੇ ਇਹ ਚੇਚਕ ਦੀ ਹੀ ਖੁਰਾਕ ਹਨ, ਇਨਕੀ ਮਹਿਮਾ ਜਰੀ ਨ ਜਾਏ। ਇਹ ਸਤਿਗੁਰਾਂ ਦੀ ਮਹਿਮਾ ਨਹੀਂ RAM ਰਾਏ ਦੇ ਕੋਲ ਜਰੀ ਜਾਂਦੀ। ਸ੍ਰੀ ਹਰਿਕ੍ਰਿਸ਼ਨ ਅਸ਼ੋਭ ਬਖਾਨਾ, ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਹੜੇ ਅਸ਼ੋਭ ਨੇ, ਜਿਨ੍ਹਾਂ ਦੇ ਦਿਲ ਵਿੱਚ ਕੋਈ ਚੰਗੀ ਮਾੜੀ ਗੱਲ ਲੱਗਦੀ ਨਹੀਂ, ਖੁੱਭਦੀ ਨਹੀਂ, ਜਿਵੇਂ ਆਕਾਸ਼ ਅਸ਼ੋਭ ਹੈ ਨਾ, ਅਖੋਭ ਹੈ, ਉਹਦੇ ਵਿੱਚ ਕੋਈ ਕੁਝ ਵੀ ਮਾਰੇ ਉਹਨੂੰ ਖੁੱਭਦਾ ਥੋੜਾ ਹੈ, ਉਹ ਗ੍ਰਹਿਣ ਨਹੀਂ ਕਰਦਾ। ਇਸੇ ਤਰ੍ਹਾਂ ਮਹਾਰਾਜ ਹੈ ਤਾਂ ਅਸ਼ੋਭ, ਹੈ ਤਾਂ ਮਹਾਰਾਜ ਸਾਹਿਬ ਚੰਗੇ ਮਾੜੇ ਬਚਨਾਂ ਤੋਂ ਉੱਪਰ, ਪਰ ਫੇਰ ਵੀ ਬਖਾਨੇ ਕਹਿਣ ਲੱਗੇ। ਜੋ ਨੇ ਕਹੇ ਤਾਂ ਕੁਛ ਨਹਿ ਜਾਣਾ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੁਝ ਸਮਾਂ ਇਹ ਵਿਚਾਰ ਕੀਤੀ ਵੀ ਸਾਨੂੰ ਤਾਂ ਕੋਈ ਫਰਕ ਨਹੀਂ ਹੈ, ਪਤਾ ਹੈ ਮਹਾਰਾਜ ਨੂੰ ਭਾਣਾ ਰੱਬ ਦਾ, ਇਦਾਂ ਹੀ ਇਹਦੇ ਕਹਿਣ ਦੀ ਕੀ ਗੱਲ ਹੈ। ਪਰ ਕਹਿੰਦੇ ਵੀ ਜੇ ਇਹਨੂੰ ਕੋਈ ਜਵਾਬ ਨਾ ਸੀ ਦਿੱਤਾ, ਜਿਵੇਂ ਵਧਿਆ ਹੈ ਜ਼ੁਬਾਨ ਵਧੀ ਹੈ, ਜੋ ਨਹਿ ਕਹੇ ਤੋ ਕੁਛ ਨਹਿ ਜਾਣੈ, ਜੇ ਅਸੀਂ ਕੁਝ ਮੋੜਵਾਂ ਜਵਾਬ ਨਾ ਇਹਨੂੰ ਆਖੀਏ ਤਾਂ ਲੋਕ ਜਾਣਨਗੇ ਵੀ ਇਹ ਤਾਂ ਕੁਝ ਵੀ ਨਹੀਂ ਹੈ। ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਐਵੇਂ ਗੁਰਿਆਈ ਤੇ ਬਿਠਾਤਾ, ਇਹ ਤਾਂ ਗੁਰਿਆਈ ਤੇ ਬੈਠਣ ਦੇ ਸਮਰੱਥ ਨਹੀਂ ਸਨ। ਇੱਦਾਂ ਸਾਡੇ ਪਿਤਾ ਦੀ ਕਰਨੀ ਤੇ ਜੋ ਸ਼ੰਕਾ ਕਰਨਗੇ, ਇੱਦਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਗੁਰੂ ਸਾਹਿਬ ਦੇ ਤਖਤ ਤੇ ਉਂਗਲ ਚੁੱਕਣਗੇ ਸਾਰੇ। ਇਹ ਵਿਚਾਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਵੀ RAM ਰਾਏ ਇਸ ਤਰ੍ਹਾਂ ਬੋਲਦਾ ਹੈ, ਸਾਨੂੰ ਤਾਂ ਫਰਕ ਕੋਈ ਨਹੀਂ, ਪਰ ਜੇ ਇਹਨੂੰ ਤਾਰੇ ਨਾ ਵਿਖਾਏ ਹੁਣ, ਕਿਉਂਕਿ ਪਹਿਲਾਂ ਸਤਿਗੁਰਾਂ ਤੋਂ ਵੀ ਬੇਮੁਖ ਰਿਹਾ, ਗੁਰਾਂ ਵੀ ਕੁਝ ਨਾ ਕਿਹਾ ਇਹਨੂੰ,
ਤੇ ਜੇ ਹੁਣ ਇਹਨੂੰ ਤਾਰੇ ਨਾ ਵਿਖਾਏ ਵੀ ਕਿਵੇਂ ਗੁਰੂ ਘਰ ਦੀ ਨਿੰਦਾ ਕਰੀਦੀ ਹੈ ਤਾਂ ਸੰਗਤਾਂ ਦਾ ਭਰੋਸਾ ਨਹੀਂ ਰਹੇਗਾ। ਜਾਣਤੇ ਹਮ ਪੀ ਤਿਸ ਕੋ ਕਹੈ। ਇਸ ਕਰਕੇ ਸਾਨੂੰ ਵੀ ਹੁਣ ਬਚਨ ਕੋਈ ਕਰਨਾ ਚਾਹੀਦਾ, ਇਹਨੂੰ ਕਰਨੀ ਦਾ ਫਲ ਦੇਣਾ ਚਾਹੀਦਾ। ਇਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਤੁਕ ਉਲਟਾਈ ਹੈ। ਆਪਨ ਕਹਿਨ ਕੋ ਜਿਮ ਫਲ ਲਹੈ। ਇਹਨੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਤਖਤ ਦੇ ਬਾਰੇ ਕਿਹਾ ਹੈ, ਉਹ ਆਪਣੀ ਕੀਤੀ ਦਾ ਫਲ ਜਿਵੇਂ ਇਹਨੇ ਕੀਤੀ ਉਸੇ ਦਾ ਫਲ ਇਹਨੂੰ ਹੁਣ ਮਿਲਣਾ ਚਾਹੀਦਾ। ਜਿਵੇਂ ਬੈਠਾ ਹੋਇਆ ਜ਼ਬਾਨ ਆਇਆ ਜੋ ਮੂੰਹ ਆਈ ਉਹ ਬੋਲੀ ਜਾ ਰਿਹਾ ਏ, ਜੋ ਆਈ ਉਹੀ ਕਹੀ ਜਾ ਰਿਹਾ ਹੈ। ਹੁਣ ਇਹਨੂੰ ਇਹਦਾ ਫਲ ਜ਼ਰੂਰ ਮਿਲੇਗਾ। ਤੁਰਕੇਸ਼ਰ ਸੋ ਹਮ ਨਹਿ ਮਿਲ ਹੈ। ਕਹਿੰਦੇ ਵੇਖੋ ਵੀ ਤੁਰਕੇਸ਼ਰ ਦੇ ਨਾਲ ਤਾਂ ਅਸੀਂ ਮਿਲਣਾ ਵੀ ਨਹੀਂ ਸੀ ਤੇ ਹਾਲਾਂ ਤੀਕਰ ਮੇਲ ਵੀ ਨਹੀਂ ਸੀ ਕੀਤਾ ਔਰੰਗਜ਼ੇਬ ਦੇ। ਕਿਉਂ ਮਤ ਸਰ ਜਵਾਲਾ ਸੋ ਜਲ ਹੈ। ਪਰ ਫੇਰ ਵੀ ਪਤਾ ਨਹੀਂ ਹੈ ਰਾਮ ਰਾਏ ਸਾਡਾ ਭਰਾ ਵੱਡਾ ਈਰਖਾ ਦੀ ਅੱਗ ਵਿੱਚ ਕਿਉਂ ਸੜੀ ਮਚੀ ਜਾ ਰਿਹਾ ਹੈ। ਜਾਣਤੇ ਜਬ ਲਗ ਜੀਵਤ ਰਹਿ। ਤੇ ਜਾ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੁਭਾਵ ਕੀ ਕਹਿਣ ਲੱਗੇ, ਕੋਈ ਕ੍ਰੋਧ ਨਹੀਂ, ਕੋਈ ਗੁੱਸਾ ਨਹੀਂ, ਬਸ ਇਹ ਜਣਾਉਣ ਲਈ ਵੀ ਲੋਕ ਜਿਹੜੇ ਹੁੰਦੇ ਉਹਨਾਂ ਆਖਣਾ ਵੀ ਇਹ ਰਾਮ ਰਾਈ ਸਭ ਕੁਝ ਹੈ, ਵੀ ਗੁਰੂ ਘਰ ਦੀ ਗੱਦੀ ਤਾਂ ਕੁਝ ਵੀ ਨਹੀਂ, ਫਿਰ ਇਹ ਭਰੋਸਾ ਨਹੀਂ ਰਹੇਗਾ, ਸ਼ਰਧਾ ਨਹੀਂ ਰਹੇਗੀ। ਇਸ ਭਾਵ ਨੂੰ ਮੁੱਖ ਰੱਖ ਕੇ ਫਿਰ ਗੁਰੂ ਘਰ ਦਾ ਨਿੰਦਕ ਬਣ ਗਿਆ ਰਾਮ ਰਾਏ। ਨਿੰਦਾ ਦਾ ਫਲ ਦੇਣ ਲਈ ਬਚਨ ਸੁਭਾਵਕ ਕੀਤਾ। ਕਹਿੰਦੇ ਜਾਂ ਤੇ ਜਬ ਲਗ ਜੀਵਤ ਰਹਿ, ਕਹਿੰਦੇ ਇਹਦੇ ਅੰਦਰ ਅੱਗ ਬਲਦੀ ਹੈ ਨਾ ਈਰਖਾ ਦੀ, ਇਸ ਕਰਕੇ ਗੁਰਸਿੱਖੋ ਜਿੰਨਾ ਚਿਰ ਰਾਮ ਰਾਏ ਜਿਉਂਦਾ ਰਹੇਗਾ ਤਨ ਮਨ ਤੇ ਜਲਨੋਂ ਬਹੁਲ ਹੈ। ਬਸ ਤਨ ਮਨ ਕਰਕੇ ਜਲਨ ਹੀ ਰਵੇਗਾ, ਸੜਦਾ ਹੀ ਰਹੂਗਾ। ਸਰੀਰ ਕਰਕੇ ਵੀ ਸੜਦਾ ਰਹੂ ਸਾਰੀ ਉਮਰ, ਮਨ ਕਰਕੇ ਵੀ ਸੜਦਾ ਹੀ ਰਹੂਗਾ। ਇਹਨੂੰ ਕਦੀ ਸ਼ਾਂਤੀ, ਇਹਨੂੰ ਕਦੀ ਸੁਖ ਚੈਨ ਪ੍ਰਾਪਤ ਹੋਵੇਗਾ ਹੀ ਨਹੀਂ। ਜਿਤ ਚਾਹਤ ਸੰਤਤ ਬਹੁ ਮੇਰੀ। ਤੇ ਦੂਜਾ ਵਚਨ ਕੀਤਾ ਜਿਹੜਾ ਇਹ ਚਿੱਤ ਵਿੱਚ ਚਾਹੁੰਦਾ ਹੈ ਨਾ ਵੀ ਮੇਰੇ ਤੋਂ ਬਾਅਦ ਮੇਰੀ ਸੰਤਾਨ ਇਹਦੀ ਪੂਜਾ ਪੁਜਾਰੀ ਬਹੁਤ ਹੋਵੇ। ਕੁਝ ਹੈ ਜਗਤ ਮੈਂ ਫਲ ਹੈ ਬਡੇਰੀ। ਵੀ ਰਾਮ ਰਾਏ ਦੀ ਇਹ ਇੱਛਾ ਹੈ ਵੀ ਮੇਰੀ ਸੰਤਾਨ ਵਧੇ, ਫਿਰ ਜਗਤ ਵਿੱਚ ਪੂਜਾ ਹੋਵੇ, ਬਹੁਤਾ ਹੀ ਉਹਨਾਂ ਦਾ ਹੀ ਜਸ ਹੋਵੇ। ਸਾਰੇ ਆਖਣ ਕਿ ਵੀ ਇਹ ਰਾਮ ਰਾਏ ਦੀ ਬੰਸ ਹੈ, ਰਾਮ ਰਾਏ ਦੇ ਬੱਚੇ ਹਨ। ਹਾਰਹਿ ਕਰ ਤੋ ਵਿਆਹ ਉਪਾਏ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਵੀ ਇਹਦੀ ਇੱਛਾ ਉਹ ਵੀ ਨਹੀਂ ਪੂਰੀ ਹੋਵੇਗੀ। ਇਹ ਵਿਆਹ ਕਰ ਕਰਕੇ ਹੀ ਹਾਰ ਜਾਊਗਾ, ਕਦੀ ਕਿਤੇ ਤੇ ਕਦੀ ਕਿਤੇ ਕਰੇਗਾ। ਤਉ ਪੁੱਤਰ ਕਹੋ ਕਿਮ ਹੋ ਨ ਪਾਏ। ਪਰ ਇਹਦੇ ਘਰੇ ਸੰਤਾਨ ਨਹੀਂ ਹੋਏਗੀ, ਔਂਤਰਾ ਹੀ ਜਾਊਗਾ ਜਗ ਜਹਾਨ ਤੋਂ। ਜਿਹੜਾ ਗੁਰੂ ਨਾਨਕ ਦਾ ਨਹੀਂ ਬਣਿਆ, ਪਾਤਸ਼ਾਹ ਕਹਿੰਦੇ ਉਹਦੀ ਵੇਲ ਹੀ ਨਹੀਂ ਵਧੇਗੀ। ਪਹਿਲਾ ਵਚਨ ਕਿਹਾ ਇਹ ਤਨ ਮਨ ਕਰਕੇ ਰਾਮ ਰਾਏ ਸੜਦਾ ਬਲਦਾ ਹੀ ਰਹੂ ਸਾਰੀ ਉਮਰ। ਦੂਜਾ ਵਚਨ ਕਿਹਾ ਜਿਹੜਾ ਚਾਹੁੰਦਾ ਹੈ ਨਾ ਮੇਰਾ ਟੱਬਰ ਕਬੀਲਾ ਵੱਡਾ ਬਣੂਗਾ, ਇਹ ਕਹਿੰਦੇ ਭਾਵੇਂ ਜਿੰਨੇ ਮਰਜੀ ਵਿਆਹ ਕਰਕੇ ਵੇਖ ਲੈ ਔਂਤਰਾ ਹੀ ਜਾਊਗਾ, ਇਹਦੀ ਸੰਤਾਨ ਨਹੀਂ ਹੋਵੇਗੀ। ਰਹਿ ਅਪੁੱਤਰ ਬਸੂਰਤ ਜੀਵ ਹੈ। ਅਪੁੱਤਰ ਰਹੇਗਾ, ਸੰਤਾਨਹੀਨ ਰਹੇਗਾ ਤੇ ਸਦਾ ਝੂਰਦਾ ਹੀ ਰਹੇਗਾ, ਦੁਖੀ ਰਹੇਗਾ। ਸੁਖ ਸੰਤਤ ਕੋ ਕਬਹੁ ਨ ਥੀਵੈ। ਸੰਤਾਨ ਦਾ ਸੁਖ ਰਾਮ ਰਾਏ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਕਦੀ ਪ੍ਰਾਪਤ ਹੀ ਨਹੀਂ ਹੋਵੇਗਾ। ਆਵਗਤ ਮ੍ਰਿਤ ਹੋਏ ਹੈ ਐਸੇ। ਤੇ ਫਿਰ ਹੋਰਾਂ ਨੂੰ ਇਹ ਕਹਿੰਦਾ ਫਿਰਦਾ ਹੈ ਨਾ ਵੀ ਉਹ ਮਰਨਗੇ, ਉਹ ਮਰਨਗੇ। ਉਹ ਤਾਂ ਮਹਾਰਾਜ ਕਹਿੰਦੇ ਰੱਬ ਦੇ ਹੁਕਮ 'ਚ ਜਿਵੇਂ ਜਾਣਾ ਹੈ ਜਾਣਾ ਹੀ ਹੈ, ਪਰ ਜਿਵੇਂ ਅਵਗਤ ਹੁੰਦੇ ਆ ਵੀ ਬੇਗਤੇ ਜਿਵੇਂ ਮਰਦੇ ਹਨ ਨਾ, ਇਸ ਤਰ੍ਹਾਂ ਦੀ ਇਹਦੀ ਮੌਤ ਹੋਵੇਗੀ। ਜਿਸ ਤੇ ਜਾਣ ਸਕੈ ਨਹਿ ਕੈਸੇ। ਜਿਸ ਤੇ ਜਾਣ ਸਕੇ ਨਹਿ ਕੈਸੇ, ਕਹਿੰਦੇ ਵੀ ਜਿਸ ਕਰਕੇ ਜਾਣ ਹੀ ਨਹੀਂ ਸਕੂਗਾ ਵੀ ਮੈਂ ਮਰਿਆ ਕਿਵੇਂ, ਇਹਨੂੰ ਇਹ ਪਤਾ ਹੀ ਲੱਗੂ ਵੀ ਮੇਰੀ ਮੌਤ ਕਿਵੇਂ ਹੋਊ, ਪਰ ਅਵਗਤ ਹੀ ਜਾਵੇਗਾ ਸੰਸਾਰ ਤੋਂ। ਅਵਰਨ ਕੀ ਇਹ ਮ੍ਰਿਤੂ ਬਤਾਵੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਹੋਰਾਂ ਦੀ ਤੇ ਮੌਤ ਦੱਸਦਾ ਫਿਰਦਾ ਵੀ ਏਦਾਂ ਮਰਨਗੇ, ਇਦੋਂ ਮਰਨਗੇ। ਨਿਜ ਮ੍ਰਿਤ ਵਿਖੈ ਗਿਆਨ ਬਿਸਰਾਵੈ। ਪਰ ਆਪਣੀ ਮੌਤ ਦਾ ਇਹਨੂੰ ਗਿਆਨ ਹੀ ਭੁੱਲ ਗਿਆ ਵੀ ਮੈਂ ਜਿਉਂਦਾ ਹੀ ਸੜ ਕੇ ਮਰੂੰਗਾ। ਜਿਉਂਦੇ ਹੀ ਸਵਾਸ ਚੱਲਦੇ, ਜਿਉਂਦੇ ਨੂੰ ਸਾੜ ਕੇ ਅੱਗੇ ਉਹ ਕਥਾ ਆਏਗੀ ਰਾਮ ਰਾਏ ਨੂੰ ਸਾਧ ਸੰਗਤ ਇਹ ਸਮਾਧੀ ਲਾ ਕੇ ਬੈਠਾ ਸੀ, 10ਵੇਂ ਦੁਆਰ ਸਵਾਸ ਚੜਾ ਕੇ। ਉਹ ਘਰ ਵਾਲੀ ਨੇ ਸਮਝਿਆ ਮਰਿਆ ਏ, ਮਰਿਆ ਜਾਣ ਕੇ ਕਈ ਦਿਨਾਂ ਬਾਅਦ ਜਿਉਂਦੇ ਨੂੰ ਅੱਗ ਤੇ ਰੱਖ ਕੇ ਸਾੜ ਦਿੱਤਾ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਹੋਰਾਂ ਦਾ ਤਾਂ ਗਿਆਨ ਬੜਾ ਰੱਖਦਾ, ਆਪਣੀ ਜਿਹੜੀ ਮੌਤ ਹੈ
ਉਹਦਾ ਗਿਆਨ ਕਿਉਂ ਭੁਲਾਈ ਬੈਠਾ ਹੈ ਵੀ ਮੈਂ ਤਾਂ ਜਿਉਂਦਿਆਂ ਹੀ ਸੜ ਜਾਣਾ ਏ। ਤਿੰਨੋਂ ਬਚਨ ਹਮਾਰੇ ਸਹੈ। ਇਹ 3 ਵਜਨ ਹੋਏ। ਸਾਹਿਬ ਕਹਿੰਦੇ ਤਿੰਨੇ ਵਜਨ ਸਾਡੇ ਹੁਣ ਸਹਾਰ ਨਾ ਕਰੇ। ਵੇਖਦੇ ਆ ਕਿੱਥੋਂ ਤਾਈਂ ਨੱਸਦਾ ਏ ਰਾਮ ਰਾਏ। ਮਿਟਹਿ ਨ ਕਿਮਹੁ ਜਤਨ ਕਰ ਰਹੈ। ਜਿੰਨੇ ਮਰਜੀ ਯਤਨ ਕਰ ਲੇ ਇਹ ਵਚਨ ਜੋ ਅਸੀਂ ਕਹਿ ਦਿੱਤੇ ਨੇ ਮਿਟਣਗੇ ਨਹੀਂ। ਇਹਨਾਂ ਦੇ ਉਲਟ ਨਹੀਂ ਕੁਝ ਹੋਵੇਗਾ। ਹਮਰੇ ਜੀਵਨ ਮਰਨ ਸਮਾਨ। ਤੇ ਜਿਹੜਾ ਸਾਡਾ ਜੀਵਣਾ ਮਰਨਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਤਾਂ ਸਮਾਨ ਹੀ ਹੈ। ਸਾਨੂੰ ਨਹੀਂ ਕੋਈ ਫਰਕ ਪੈਂਦਾ ਵੀ ਸਰੀਰ ਜਾਂ ਸਰੀਰ ਛੱਡ ਕੇ ਚਲੇ ਜਾਵਾਂਗੇ। ਇਹਦਾ ਸਾਡੇ ਮਨ ਤੇ ਕੋਈ ਅਸਰ ਨਹੀਂ ਹੈ। ਤਨ ਇਹ ਨਾਸ਼ਵੰਤ ਪਹਿਚਾਨ। ਇਹ ਸਰੀਰ ਨਾਸ਼ਵੰਤ ਹੀ ਹੈ। ਕਿਹਦਾ ਸਦਾ ਰਿਹਾ ਕੋਈ ਬੈਠਾ ਹੈ। ਸਭ ਨੇ ਸਰੀਰ ਕਰਕੇ ਤਾਂ ਜਾਣਾ ਹੀ ਹੈ। ਜੋ ਜਨਮੈ ਸੋ ਨਿਸ਼ਚੈ ਮਰ ਹੈ। ਜਿਹੜਾ ਜਨਮ ਲੈ ਕੇ ਆ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਨਿਸ਼ਚੈ ਉਹਨੇ ਇੱਕ ਦਿਨ ਮਰਨਾ ਹੀ ਹੈ। ਮੂਰਖ ਜੀਵਨ ਆਸ ਕਉ ਕਰ ਹੈ। ਉਹਦੇ ਮੂਰਖ ਲੋਕ ਹੁੰਦੇ ਆ ਜਿਹੜੇ ਜਿਉਣ ਦੀ ਆਸ ਰੱਖਦੇ ਨੇ ਵੀ ਪਤਾ ਨਹੀਂ ਸਾਡੇ ਕਿੱਲੇ ਗੱਡੇ ਰਹਿਣਗੇ ਅਸੀਂ ਸਦਾ ਹੀ ਇੱਥੇ ਬੈਠੇ ਰਹਿਣਾ ਹੈ। ਹਮ ਸੁਨ ਸਰਾਪ ਸ਼ਿਮਾ ਕਹੂ ਕਰਤੇ। ਸੋ ਇਸ ਪ੍ਰਕਾਰ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ 3 ਸਰਾਪ ਦਿੱਤੇ। ਇੱਕ ਤਨ ਮਨ ਕਰਕੇ ਸੜਦਾ ਬਲਦਾ ਰਹੂਗਾ। ਦੂਜਾ ਮਹਾਰਾਜ ਸਾਹਿਬ ਕਹਿੰਦੇ ਇਹਦੀ ਸੰਤਾਨ ਨਹੀਂ ਹੋਊ ਔਂਤਰਾ ਮਰੇਗਾ ਰਾਮ ਰਾਏ। ਜਿੰਨੇ ਮਰਜੀ ਵਿਆਹ ਕਰ ਲਵੇ ਇੱਕ ਤੋਂ ਵਧੇਕ ਵਿਆਹ ਵੀ ਇਹਨੇ ਕੀਤੇ ਸਨ ਸੰਤਾਨ ਲਈ ਨਹੀਂ ਪ੍ਰਾਪਤ ਹੋਈ। ਫਿਰ ਮਹਾਰਾਜ ਸਾਹਿਬ ਕਹਿਣ ਲੱਗੇ ਦੂਜਿਆਂ ਦੀ ਮਿਰਤ ਦੱਸਦਾ ਇਹ ਆਪ ਗਿਆਨ ਹੀ ਨਹੀਂ ਰੱਖਦਾ। ਇਹਨੇ ਜਿਉਂਦੇ ਹੀ ਸੜ ਕੇ ਮਰਨਾ ਹੈ। ਇਹ ਬਚਨ ਸਤਿਗੁਰੂ ਨੇ ਜਦੋਂ ਕਹੇ ਤਾਂ ਨਾਲ ਹੀ ਸਿੱਖਾਂ ਨੂੰ ਇਹ ਵੀ ਗੱਲ ਜਣਾਤੀ ਵੀ ਮਤਾ ਕੋਈ ਜਾਣਿਓ ਅਸੀਂ ਇਹ ਬਚਨ ਕਾਹਤੋਂ ਕੀਤੇ ਨੇ। ਕਿਉਂਕਿ ਜੇ ਰਾਮ ਰਾਏ ਦਾ ਸ਼ਰਾਪ ਸੁਣ ਕੇ ਅਸੀਂ ਫੇਰ ਇਹਨੂੰ ਸ਼ਿਮਾ ਹੀ ਕਰ ਦਿੰਦੇ। ਨਾ ਕਰ ਸਿੱਖ ਨਾ ਸ਼ਰਧਾ ਧਰਤੇ। ਫੇਰ ਇਹ ਗੱਲ ਜਾਣ ਕੇ ਸਿੱਖ ਗੁਰੂ ਨਾਨਕ ਦੀ ਗੱਦੀ ਤੇ ਸ਼ਰਧਾ ਹੀ ਨਾ ਰੱਖਦੇ ਵਿਸ਼ਵਾਸ ਹੀ ਨਾ ਰੱਖਦੇ ਸਾਡੇ ਉੱਤੇ। ਇਨ ਮੈਂ ਸਮਰੱਥ ਜੇ ਨਹ ਐਸੇ। ਆਓ ਇਹੀ ਕਹਿਣਗੇ ਵੀ ਇਹਨਾਂ 'ਚ ਤਾਂ ਸਮਰੱਥਾ ਹੀ ਨਹੀਂ ਸੀ। ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਕੋਈ ਸ਼ਕਤੀ ਹੋਈ ਨਹੀਂ ਸੀ। ਭਲੋ ਕਰੈ ਪਰਲੋਕ ਸੋ ਕੈਸੇ। ਦੱਸੋ ਇਹ ਸਾਡਾ ਪਰਲੋਕ 'ਚ ਕਿਵੇਂ ਭਲਾ ਕਰਨਗੇ ਜੇ ਇੱਥੇ ਹੀ ਕੋਈ ਸ਼ਕਤੀ ਵਰਤਾ ਕੇ ਰਾਮ ਰਾਏ ਨੂੰ ਇਹ ਮੋੜਵਾ ਬਚਨ ਨਹੀਂ ਕਰ ਸਕੇ। ਇਹ ਵਿਚਾਰ ਹਮ ਆਪਨ ਪ੍ਰਭਾਵ। ਇਸ ਤਰ੍ਹਾਂ ਵਿਚਾਰ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਅਸੀਂ ਆਪਣੇ ਗੁਰੂ ਨਾਨਕ ਦੀ ਗੱਦੀ ਦਾ ਤੇਜ ਪ੍ਰਤਾਪ ਵਿਖਾਉਣ ਦੇ ਲਈ ਕਹਿ ਕਰ ਕੀਨਿਸ ਕੁਛ ਕੋ ਦਿਖਾਵ। ਆਏ ਬਹੁਤਾ ਨਹੀਂ ਆ ਬਸ ਥੋੜਾ ਜਿਹਾ ਹੀ ਵਿਖਾਇਆ ਇਹਨੂੰ ਵੀ ਤੂੰ ਕਿਤੇ ਰੱਬ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਗੱਦੀ ਤੋਂ ਉਲਟ ਨਹੀਂ ਅਸੀਂ ਤਾਂ ਸੰਸਾਰ ਤੋਂ ਜਾਣਾ ਹੀ ਹੈ ਪਰ ਤੂੰ ਜਾਵੇਂਗਾ ਨਹੀਂ ਹਾਲਾਂ ਰਹੇਗਾ ਤੜਫਦਾ ਰਹੇਗਾ। ਦੋ ਸੁਭਾਵ ਨਿਜ ਭਰਤ ਹੈ ਕੇਰਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਚਨ ਹੋਏ। ਦੋ ਸੁਭਾਵ ਨਿਜ ਭਰਾਤੇ ਕੇਰਾ। ਦੋਵਾਂ ਭਰਾਵਾਂ ਦਾ ਇਹ ਸੁਭਾਵ ਵੇਖ ਕੇ ਔਰ ਤਿਸ ਕੋ ਫਲ ਦਿਸ ਬਡੇਰਾ। ਤੇ ਫਿਰ ਉਹਦਾ ਫਲ ਵੀ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵੱਡਾ ਹੀ ਦਿੱਤਾ ਜਿਹੜਾ ਉਹ ਸੜਦੇ ਬਲਦੇ ਹੋਏ ਰਾਮ ਰਾਏ ਨੇ ਜੋ ਮਹਾਰਾਜ ਸਾਹਿਬ ਜੀ ਦੇ ਪ੍ਰਤੀ ਬਚਨ ਕਹੇ ਸਨ। ਦੋ ਸੁਭਾਵ ਇੱਕ ਕਰੜਾ ਸੁਭਾਅ ਵੇਖ ਕੇ ਆਪਣੇ ਭਰਾ ਦਾ ਰਾਮ ਰਾਏ ਦਾ ਵੀ ਇਹ ਬੜਾ ਕਰੜਾ ਰਹਿੰਦਾ ਮਾੜਾ ਹੀ ਬੋਲਦਾ ਹੈ ਪਿਤਾ ਬਾਰੇ ਵੀ ਨਿੰਦਾ ਕਰਦਾ ਸਾਡੀ ਵੀ ਕਰਦਾ ਹੈ। ਔਰ ਤਿਸ ਕੋ ਫਲ ਦਿਸ ਬਡੇਰਾ। ਤੇ ਫਿਰ ਜਿਹੜੀ ਇਹਨੇ ਸ਼ਰਾਪ ਦਿੱਤਾ ਹੈ ਜੋ ਕੰਮ ਕੀਤਾ ਇਹਦਾ ਇਹਨੂੰ ਵੱਡਾ ਹੀ ਫਲ ਪ੍ਰਾਪਤ ਹੋਣਾ ਚਾਹੀਦਾ ਏ। ਆਪਣੇ ਕਾਰਨ ਹਮ ਨਹਿ ਕਹਿਓ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਅਸੀਂ ਆਪਣੇ ਕਰਕੇ ਨਹੀਂ ਕੋਈ ਇਹਨੂੰ ਸ਼ਰਾਪ ਦਿੱਤਾ ਬਚਨ ਦਿੱਤਾ ਕਿਹਾ ਭਾਵ ਕ੍ਰੋਧ ਚ ਆ ਕੇ ਜਾਂ ਗੁੱਸੇ ਚ ਆ ਕੇ ਨਹੀਂ ਕੁਝ ਕਿਹਾ। ਦਿਓ ਸ਼ਰਾਪ ਇਹ ਦਵੈ ਬਿਦ ਲਹਿਓ। ਇਹ ਦੋ ਇਹਦੀਆਂ ਵਿਧੀਆਂ ਵੇਖ ਕੇ ਵੀ ਇੱਕ ਬੜਾ ਕਰੜਾ ਹੈ ਤੇ ਇੱਕ ਜੋ ਆਇਆ ਮੁਖ ਦੇ ਵਿੱਚੋਂ ਸਭ ਨੂੰ ਬੋਲੀ ਜਾਂਦਾ ਬਸ ਉਹਨਾਂ ਗੱਲਾਂ ਦਾ ਇਹਨੂੰ ਫਲ ਮਿਲੇ ਤਾਈਓ ਇਹ ਸ਼ਰਾਪ ਦਿੱਤਾ ਹੈ ਅਸੀਂ। ਸੁਨ ਕਰ ਨਿਰਭਜੈ ਸਿੰਘ ਸਵਾਈ। ਇਹ ਜੈ ਸਿੰਘ ਰਾਜੇ ਨੇ ਸੁਣਿਆ ਜਦੋਂ ਮਹਾਰਾਜ ਦਾ ਬਚਨ। ਹਰ ਗੁਰ ਬਖਸ਼ਿਆਦ ਸਮਦਾਈ। ਤੇ ਗੁਰਬਖਸ਼ ਆਦਮ ਸੰਤ ਤੇ ਹੋਰ ਜਿੰਨੇ ਵੀ ਸਿੱਖ ਸਨ ਕਰੇ ਸੁਤ ਬਹੁਤਮ ਗੰਭੀਰ। ਸਾਰੇ ਵਡਿਆਈ ਕਰਨ ਲੱਗ ਪਏ ਮਹਾਰਾਜ ਤੁਸੀਂ ਬੜੇ ਗੰਭੀਰ ਹੋ। ਧੀਰਜਵੰਤਨ ਮੈਂ ਪ੍ਰਭ ਧੀਰ। ਤੇ ਪ੍ਰਭੂ ਜੀ ਧੀਰ ਜਵਾਨਾਂ ਦੇ ਵਿੱਚੋਂ ਵੱਡੇ ਧੀਰ ਜਵਾਨ ਹੋ। ਲਖਿਤ ਜਾਹਰ ਕਲਾ ਤੁਮਾਰੀ। ਜਾਹਰ ਪ੍ਰਗਟੀ ਤੁਹਾਡੀ ਸ਼ਕਤੀ ਵੇਖੀ ਜਾਂਦੀ ਏ। ਬਚਨ ਵੀ ਹੁਣ ਮਿਟਣਗੇ ਨਹੀਂ ਜੋ ਤੁਸੀਂ ਕਹਿ ਦਿੱਤੇ ਹਨ। ਗੁਰੂ ਨਾਨਕ ਗਾਦੀ ਅਧਿਕਾਰੀ। ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਅਧਿਕਾਰੀ ਹੀ ਮਹਾਰਾਜ ਅਸਲ ਵਿੱਚ ਤੁਸੀਂ ਜੋਗ ਹੀ ਤੁਸੀਂ ਸੋ। ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਹਜ਼ੂਰ ਸਿੱਖ ਬੈਠੇ ਨੇ
ਤੇ ਗੁਰੂ ਸਾਹਿਬ ਜੀ ਦੀ ਵਡਿਆਈ ਕਹਿ ਰਹੇ ਨੇ। ਰਾਮ ਰਾਏ ਨੇ ਈਰਖਾ 'ਚ ਸੜ ਬਲ ਕੇ ਬਚਨ ਕਹੇ ਸਨ। ਸਤਿਗੁਰਾਂ ਇਹ ਜਾਣਿਆ ਵੀ ਇਹ ਵਧੀਕੀਆਂ ਕਰੀ ਜਾਂਦਾ ਹੈ, ਸੰਗਤ ਦਾ ਭਰੋਸਾ ਨਾ ਤਖਤ ਤੋਂ ਕਿਤੇ ਮਿਟ ਜੇ, ਸ਼ਰਧਾ ਦੀ ਸਾਰੀ ਖੇਡ ਹੈ। ਇਸ ਲਈ ਮਹਾਰਾਜ ਨੇ ਬਚਨ ਕੀਤੇ ਵੀ ਇਹ ਰਾਮ ਰਾਏ ਸੜਦਾ ਬਲਦਾ ਰਹੂ, ਨਿਪੁੱਤਾ ਰਹੂਗਾ ਤੇ ਜਿਉਂਦੇ ਸੜ ਕੇ ਮਰੂਗਾ ਜਿਹੜਾ ਇਸ ਤਰ੍ਹਾਂ ਦਾ ਦਰੋਹ ਕਮਾਉਂਦਾ। ਇਸ ਤੋਂ ਬਾਅਦ ਰਾਮ ਰਾਏ ਦੀ ਸਾਰੀ ਉਮਰ ਹਾਲਤ ਮਾੜੀ ਹੋਈ ਰਹੀ ਹੈ। ਜਿੰਨੇ ਨੇ ਆਨੰਦ ਲੈਣੇ ਸੀ, ਜਿੰਨਾ ਸੁੱਖ ਲੈਣਾ ਸੀ, ਉਹ ਪਹਿਲਾਂ ਹੀ ਲੈ ਲਿਆ। ਗੁਰੂ ਸਾਹਿਬ ਨਾਲ ਈਰਖਾ ਕਰਕੇ ਫਿਰ ਦੁੱਖ ਹੀ ਕਮਾਇਆ। ਉਹ ਬਾਕੀ ਪ੍ਰਸੰਗ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਅਨੇਕਾਂ ਹੀ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਸੰਗਤ ਬਖਸ਼ਿੰਦ ਬਖਸ਼ਣਹਾਰ ਹੈ। ਲਖੀਅਤ ਜਾਹਰ ਕਲਾ ਤੁਮਾਰੀ, ਗੁਰ ਨਾਨਕ ਗਾਦੀ ਅਧਿਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੱਖ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।